ਜੇ ਤਾਂ ਆਰਡੀਨੈਂਸ ਰਹਿਣਗੇ ਤੇ ਪੰਜਾਬ ਦੀ ਛੋਟੀ ਤੋਂ ਦਰਮਿਆਨੀ ਕਿਸਾਨੀ ਨਹੀਂ ਰਹੂ ਤੇ ਜੇ ਕਿਸਾਨੀ ਨੇ ਰਹਿਣਾ ਫਿਰ ਕਿਸਾਨੀ ਨੂੰ ਆਰਡੀਨੈਂਸ ਨਹੀਂ ਰਹਿਣ ਦੇਣੇ ਚਾਹੀਦੇ। ਕੀ ਕਰਦੇ ਕਿ ਕਹਿੰਦੇ ਵੀ ਐਮਐਸਪੀ ਨੂੰ ਖਤਮ ਕਰਨ ਬਾਰੇ ਜ਼ਿਕਰ ਨਹੀਂ। ਅਸੀਂ ਕਹਿੰਦੇ ਕਿ ਤੁਸੀਂ ਉਹ ਕਾਨੂੰਨ ਦੱਸ ਦਿਓ ਜਿੰਦੇ ਚ ਐਮਐਸਪੀ ਦੇਣ ਬਾਰੇ ਜ਼ਿਕਰ ਆ ਕਿ ਛੋਟੀ ਕਿਸਾਨੀ ਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦੇ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜ਼ਗੀਰਦਾਰੀ ਨੂੰ ਖਤਮ ਕਰਕੇ ਬੇਜ਼ਮੀਨਿਆਂ ਨੂੰ ਜ਼ਮੀਨਾਂ ਦਿੱਤੀਆਂ। ਸਰਕਾਰ ਨੇ ਤੀਜੇ ਆਰਡੀਨੈਂਸ ਰਾਹੀਂ ਜਿਹੜਾ ਕਾਲਾ ਬਾਜ਼ਾਰੀ ਆ ਇਹਨੂੰ ਕਾਨੂੰਨੀ ਮਾਨਤਾ ਦਿੱਤੀ। ਅਕਾਲੀ ਦਲ ਨੇ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਕਰਕੇ ਸਿਆਸੀ ਤੌਰ ਤੇ ਜਿਹੜੀ ਖੁਦਕੁਸ਼ੀ ਆ ਉਹ ਕਰਨੀ। ਨਿੱਜੀਕਰਨ ਦੀਆਂ ਨੀਤੀਆਂ ਇਸ ਦੇਸ਼ 'ਚ ਲਿਆਉਣ ਵਾਲੀ ਕਾਂਗਰਸ ਪਾਰਟੀ ਹੀ ਸੀ। ਕੈਪਟਨ ਅਮਰਿੰਦਰ ਹੋਰਾਂ ਨੇ ਗੁਰਬਾਣੀ ਦੀ ਸਹੁੰ ਖਾ ਕੇ ਇਹ ਕਿਹਾ ਸੀ ਕਿ ਮੈਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਂ। ਅਸਲ ਦੇ ਵਿੱਚ ਮੋਦੀ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਹੈਗੀ, ਇਹ ਲੋਕਾਂ ਦੀ ਦੁਸ਼ਮਣ ਸਰਕਾਰ। ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਬਜਾਏ ਕਰੋਨਾ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ। ਕੇਂਦਰੀਕਰਨ ਲਗਾਤਾਰ ਕੀਤਾ ਜਾ ਰਿਹਾ ਹੈ, ਜਿਹੜੀਆਂ ਸੂਬਾ ਸਰਕਾਰਾਂ ਤੋਂ ਲਗਾਤਾਰ ਅਧਿਕਾਰ ਖੋਏ ਜਾ ਰਹੇ ਆ। ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਇਹ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਕਨਫਲਿਕਟ ਪੈਦਾ ਹੋ ਸਕਦੀ ਹੈ? ਤਾਂ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਸਾਰੀ ਆਰਐਸਐਸ ਤੇ ਮੋਦੀ ਦੀ ਜੋ ਕਸ਼ਮੀਰ ਬਾਰੇ ਪਹੁੰਚ ਉੱਤੇ ਮੋਹਰ ਲਾਉਂਦੇ ਆ ਔਰ ਕਸ਼ਮੀਰੀ ਲੋਕਾਂ ਦੇ ਖਿਲਾਫ ਖੜਦੇ ਆ ਕਿ ਅਸਲ ਦੇ ਵਿੱਚ ਕਿ ਕਿਸਾਨ ਦੀ ਫਸਲ 'ਚ ਕੱਲ ਨੂੰ ਨੁਕਸ ਕੱਢ ਕੇ ਉਹਨੂੰ ਕੌਡੀਆਂ ਦੇ ਭਾਅ ਜਿਹੜਾ ਹੈਗਾ ਉਹ ਖਰੀਦਿਆ ਜਾ ਸਕੇ। ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਦੇ ਸੰਗ ਆਉਣਾ ਚਾਹੀਦਾ। ਆਜ਼ਾਦ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਮੈਂ ਜੈਸਮੀਨ ਮੀਨੂ ਸਵਾਗਤ ਕਰਦੀ ਹਾਂ। ਦੋਸਤੋ, ਜਿਵੇਂ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਪੇਸ਼ ਕੀਤੇ ਗਏ ਨੇ, ਖੇਤੀ ਨਾਲ ਸੰਬੰਧਿਤ ਜਿਹੜੇ 3 ਆਰਡੀਨੈਂਸ ਨੇ, ਇਹਨਾਂ ਦਾ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਹੈ। ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰ ਕੇ ਇਹਨਾਂ ਦਾ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੀ ਸਰਕਾਰ ਉਹ ਕਹਿ ਰਹੀ ਹੈ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਪੱਖ ਵਿੱਚ ਨੇ। ਇਹ ਆਰਡੀਨੈਂਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕ੍ਰਾਂਤੀਕਾਰੀ ਬਦਲਾਵ ਲਿਆਉਣ ਵਾਲੇ ਨੇ। ਕੀ ਨੇ ਇਹ 3 ਆਰਡੀਨੈਂਸ ਤੇ ਕੀ ਇਹਨਾਂ ਦੇ ਕਿਸਾਨਾਂ ਦੇ ਉੱਤੇ ਪ੍ਰਭਾਵ ਪੈਣਗੇ ਤੇ ਇਹਨਾਂ ਦਾ ਵਿਰੋਧ ਕਿਉਂ ਹੋ ਰਿਹਾ ਹੈ? ਇਹ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਾਜ਼ਰ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਜ਼ਾਦ ਟੀਵੀ ਤੇ ਤੁਹਾਡਾ ਸਵਾਗਤ ਹੈ। ਧੰਨਵਾਦ। ਰਜਿੰਦਰ ਜੀ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਪੂਰੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ 3 ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਨੇ, ਹਨਾ। ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੋٹے ਰੂਪ ਦੇ ਵਿੱਚ ਸਾਨੂੰ ਇਹਨਾਂ 3 ਆਰਡੀਨੈਂਸਾਂ ਦੇ ਬਾਰੇ ਦੱਸੋ ਕਿ ਇਹ ਆਰਡੀਨੈਂਸ ਕੀ ਨੇ, ਇਹਨਾਂ ਦੇ ਕੀ ਪ੍ਰਭਾਵ ਪੈਣਗੇ ਤੇ ਇਹ ਜਥੇਬੰਦੀਆਂ ਜਾਂ ਕਿਸਾਨ ਵਰਗ ਇਹਨਾਂ ਦਾ ਵਿਰੋਧ ਕਿਉਂ ਕਰ ਰਿਹਾ ਹੈ? ਜਿਵੇਂ ਤੁਸੀਂ ਦੱਸਿਆ ਕਿ ਮੋਦੀ ਸਰਕਾਰ ਜਿਹੜੇ 3 ਆਰਡੀਨੈਂਸ ਖੇਤੀ ਬਾਰੇ ਲੈ ਕੇ ਆਈ ਹੈਗੀ ਹੈ ਔਰ ਇਹਦੇ ਖਿਲਾਫ ਖਾਸ ਕਰ ਉੱਤਰੀ ਭਾਰਤ ਦੇ ਵਿੱਚ ਬਹੁਤ ਵੱਡਾ ਕਿਸਾਨ ਅੰਦੋਲਨ ਜਿਹੜਾ ਸ਼ੁਰੂ ਹੋ ਚੁੱਕਿਆ। ਪੰਜਾਬ ਦੇ ਵਿੱਚ ਪਿਛਲੇ ਦਿਨੀ ਸਾਡੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਤੇ 11 ਹੋਰ ਜਥੇਬੰਦੀਆਂ ਨੇ ਮਿਲ ਕੇ ਅਕਾਲੀ ਭਾਜਪਾ ਲੀਡਰਾਂ ਦੇ ਘਰਾਂ ਵੱਲ ਇੱਕ ਬਹੁਤ ਵੱਡਾ ਟਰੈਕਟਰ ਮਾਰਚ ਜਿਹੜਾ ਕੀਤਾ। ਹਜ਼ਾਰਾਂ ਟਰੈਕਟਰ ਜਿਹੜੇ ਸੜਕਾਂ ਤੇ ਨਿਤਰੇ ਸੀਗੇ। ਇਹ ਜਿਹੜੇ 3 ਆਰਡੀਨੈਂਸ ਨੇ ਮੋٹے ਰੂਪ 'ਚ ਇਹ ਕਿ ਜਿਹੜੀ ਸਰਕਾਰ ਆ ਉਹ ਖੇਤੀ ਤੇ ਖੁਰਾਕ ਦਾ ਖੇਤਰ ਪੂਰੀ ਤਰ੍ਹਾਂ ਜਿਹੜਾ ਕਾਰਪੋਰੇਟ ਦੇ ਹੱਥ ਜਿਹੜਾ ਸੰਪਣਾ ਉਹ ਜਾ ਰਹੀ ਹੈ। ਪਹਿਲੇ ਆਰਡੀਨੈਂਸ ਦੇ ਵਿੱਚ ਸਰਕਾਰ ਦਾ ਇਹ ਦਾਅਵਾ ਕਿ ਜਿਹੜੀਆਂ ਪ੍ਰਾਈਵੇਟ ਮੰਡੀਆਂ ਖੋਲਣ ਜਾ ਰਹੀ ਹੈ ਕਿ ਜਿਹੜਾ ਵਪਾਰੀ ਆ, ਪ੍ਰਾਈਵੇਟ ਕੰਪਨੀਆਂ ਨੇ ਉਹ ਅਨਾਜ ਦੀ ਖਰੀਦ ਦੇ ਮੈਦਾਨ ਵਿੱਚ ਨਿਤਰਨਗੀਆਂ, ਪ੍ਰਾਈਵੇਟ ਮੰਡੀਆਂ ਖੁੱਲਣਗੀਆਂ ਔਰ ਉਹਨਾਂ ਦਾ ਦਾਅਵਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੇ ਵਪਾਰੀਆਂ 'ਚ ਮੁਕਾਬਲੇਬਾਜ਼ੀ ਹੋਵੇਗੀ ਔਰ ਜਿਹੜਾ ਕਿਸਾਨ ਆ ਉਹਨੂੰ ਵੱਧ ਮੁੱਲ ਮਿਲੂਗਾ। ਇਹ ਸਰਕਾਰ ਦਾ ਦਾਅਵਾ। ਅਸਲ ਦੇ ਵਿੱਚ ਕੀ ਆ ਕਿ ਜਿਹੜੀਆਂ ਪ੍ਰਾਈਵੇਟ ਮੰਡੀਆਂ ਖੁੱਲ ਰਹੀਆਂ ਨੇ
ਇਹਦੇ ਵਿੱਚ ਜਿਹੜਾ 8.5% ਦੀ ਟੈਕਸ ਲੱਗਦਾ ਸੀ ਸਰਕਾਰੀ ਮੰਡੀਆਂ ਦੇ ਉੱਪਰ, ਜਿੰਦੇ ਚ 2.5% ਦੀ ਆੜਤੀਆਂ ਦਾ ਕਮਿਸ਼ਨ ਆ, 3% ਦੀ ਜਿਹੜਾ ਹੈਗਾ ਉਹ ਦਿਹਾਤੀ ਵਿਕਾਸ ਫੰਡ ਆ, ਔਰ 3% ਦੀ ਜਿਹੜੀ ਮਾਰਕੀਟ ਕਮੇਟੀ ਦੀ ਫੀਸ ਆ। ਉਹ 8.5% ਦੀ ਜਿਹੜਾ ਟੈਕਸ ਆ ਉਹ ਪ੍ਰਾਈਵੇਟ ਮੰਡੀਆਂ 'ਚ ਨਹੀਂ ਲੱਗੂਗਾ। ਔਰ ਉਹਦਾ ਨਤੀਜਾ ਕੀ ਹੋਏਗਾ? ਨਤੀਜਾ ਇਹ ਹੋਏਗਾ ਕਿ ਜਿਹੜਾ ਝੋਨੇ ਦੀ ਫਸਲ 2-2.5 ਮਹੀਨਿਆਂ ਤੱਕ ਆਉਣ ਵਾਲੀ ਆ, ਔਰ ਜੋ ਝੋਨੇ ਦਾ ਰੇਟ ਆ 1 ਕੁਆਂਟਲ ਦੇ ਮਗਰ 154 ਰੁਪਏ ਜਿਹੜਾ ਵਪਾਰੀ ਆ ਉਹ ਖਰੀਦੂਗਾ, ਉਹਨੂੰ ਬਚਣਗੇ। ਕਣਕ ਦੇ ਉੱਪਰ ਕੁਆਂਟਲ ਦੇ ਮਗਰ 164 ਰੁਪਏ ਬਚਣਗੇ। ਹੁਣ ਤੁਸੀਂ ਦੇਖੋ ਕਿ ਜਦੋਂ ਮੰਨ ਲਓ ਮੇਰੇ ਪਿੰਡ ਦੇ ਵਿੱਚ ਸਰਕਾਰੀ ਮੰਡੀ ਆ, ਇਹਦੇ ਪੈਰਲਲ ਇਹਦੇ ਬਰਾਬਰ ਇੱਕ ਪ੍ਰਾਈਵੇਟ ਮੰਡੀ ਖੁੱਲਦੀ ਆ, ਔਰ ਜੋ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਸਰਕਾਰ ਵੱਲੋਂ ਤੈਅ ਆ, ਤਾਂ ਜੇ ਵਪਾਰੀ ਨੂੰ 154 ਰੁਪਏ ਕੁਆਂਟਲ ਦੇ ਬਚ ਰਹੇ ਆ, ਤੇ ਉਹਦੇ ਚੋਂ ਜੇਕਰ ਉਹ 54 ਰੁਪਏ ਜੇਬ 'ਚ ਪਾ ਕੇ 100 ਰੁਪਇਆ ਕਿਸਾਨ ਨੂੰ ਕੁਆਂਟਲ ਝੋਨੇ ਦਾ ਵੱਧ ਦੇਊਗਾ, ਤਾਂ ਯਕੀਨਨ ਤੌਰ ਤੇ ਕਿਸਾਨ ਆਪਣਾ ਝੋਨਾ ਜਿਹੜਾ ਪ੍ਰਾਈਵੇਟ ਮੰਡੀਆਂ ਦੇ ਵਿੱਚ ਲੈ ਕੇ ਜਾਏਗਾ। ਤੋ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਸਰਕਾਰੀ ਮੰਡੀਆਂ ਨੇ ਉਹਦੇ 'ਚ ਜਿਹੜੀ ਅਨਾਜ ਦੀ ਆਮਦ ਆ ਉਹ ਘਟੂਗੀ, ਲਗਭਗ ਜਿਹੜੀ ਉਹ ਬੰਦ ਹੋਊਗੀ। ਕੋਈ ਕਿਸਾਨ ਆਪਣਾ ਅਨਾਜ ਸਸਤਾ ਨਹੀਂ ਵੇਚਣਾ ਚਾਹੂਗਾ। ਤੋ ਜਦੋਂ ਸਰਕਾਰੀ ਮੰਡੀਆਂ ਦੇ ਵਿੱਚ ਕਣਕ ਤੇ ਝੋਨਾ ਆਉਣਾ ਬੰਦ ਹੋਊਗਾ, ਉਹਦੀ ਖਰੀਦ ਨਾ ਮਾਤਰ ਹੋਊਗੀ, ਤਾਂ ਸਰਕਾਰ ਇਹ ਬਹਾਨਾ ਬਣਾ ਕੇ ਕਿ ਸਰਕਾਰੀ ਮੰਡੀਆਂ 'ਚ ਤਾਂ ਅਨਾਜ ਆ ਨਹੀਂ ਰਿਹਾ, ਇਸ ਕਰਕੇ ਸਰਕਾਰੀ ਮੰਡੀਆਂ ਬੰਦ ਕਰ ਦਿੱਤੀਆਂ ਜਾਣ। ਪੰਜਾਬ ਦਾ ਤਜਰਬਾ ਆਪਣੇ ਸਾਹਮਣੇ ਆ ਕਿ 600 ਤੋਂ ਉੱਪਰ ਸਰਕਾਰੀ ਪ੍ਰਾਇਮਰੀ ਸਕੂਲ ਕੈਪਟਨ ਸਾਹਿਬ ਨੇ ਇਹ ਕਹਿ ਕੇ ਕਿਆ ਬੰਦ ਕਰ ਦਿੱਤਾ ਜਾਣ ਕਿ ਇੱਥੇ ਤਾਂ ਬੱਚੇ ਹੀ ਨਹੀਂ ਪੜ੍ਹਨ ਆ ਰਹੇ। ਯਾਨੀ ਕਿ ਸਰਕਾਰ ਦੀ ਜੋ ਨਿੱਜੀਕਰਨ ਦੀ ਨੀਤੀ ਆ ਕਿ ਪਹਿਲਾਂ ਕਿਸੇ ਅਦਾਰੇ ਨੂੰ ਫੇਲ ਕਰਨ ਵਾਸਤੇ ਵੀ ਢੰਗ ਤਰੀਕਾ ਅਪਣਾਇਆ ਜਾਵੇ, ਔਰ ਉਹਦੀ ਜਦੋਂ ਫੂਕ ਨਿਕਲ ਜੇ ਤੇ ਉਹਨੂੰ ਜਿਹੜਾ ਹੈਗਾ ਬੰਦ ਕਰ ਦਿੱਤਾ ਜਾਵੇ। ਤੋਂ ਪਹਿਲਾ ਆਰਡੀਨੈਂਸ ਹੈਗਾ ਕਿ ਜਦੋਂ ਸਰਕਾਰੀ ਖਰੀਦ ਬੰਦ ਹੋਗੀ, ਸਰਕਾਰੀ ਮੰਡੀਆਂ ਦਾ ਭੋਗ ਪੈ ਗਿਆ, ਯਾਨੀ ਕਿ ਸਰਕਾਰ ਬਾਹਰ ਹੋਗੀ, ਤਾਂ ਉਸ ਤੋਂ ਬਾਅਦ ਵਪਾਰੀ ਨੇ ਕੋਈ 100 ਜਾਂ 50 ਰੁਪਏ ਕੁਆਂਟਲ ਮਗਰ ਵੱਧ ਨਹੀਂ ਦੇਣਗੇ। ਫਿਰ ਉਸ ਤੋਂ ਬਾਅਦ ਉਹ ਆਪਣੀ ਮਨਮਰਜ਼ੀ ਦਾ ਰੇਟ ਲਾਊਗਾ, ਔਰ ਪੰਜਾਬ ਦੀ ਕਿਸਾਨੀ ਜਿਹੜੀ ਪਹਿਲਾਂ ਹੀ ਕਰਜ਼ੇ ਦਾ ਸ਼ਿਕਾਰ ਆ, ਮੰਦੀ ਹਾਲਤ 'ਚ ਆ, ਉਹਦੀ ਜਿਹੜੀ ਲੁੱਟ ਆ ਉਹਦਾ ਕੋਈ ਅੰਤ ਨਹੀਂ ਰਹਿਣ ਦੇਣਾਗਾ ਇਹਨਾਂ ਵਪਾਰੀਆਂ ਨੇ ਔਰ ਪ੍ਰਾਈਵੇਟ ਕੰਪਨੀਆਂ ਨੇ। ਦੂਸਰਾ ਜਿਹੜਾ ਆਰਡੀਨੈਂਸ ਆ, ਤੁਸੀਂ ਇਹ ਦੇਖੋ ਕਿ ਜਿਹੜੇ ਤਿੰਨੋਂ ਆਰਡੀਨੈਂਸ ਆ ਇਹ ਬੜੇ ਉਹਨਾਂ ਨੇ ਤਰਤੀਬਵਾਰ ਲੈ ਕੇ ਆਂਦੇ ਆ। ਪਹਿਲੇ ਆਰਡੀਨੈਂਸ ਸਰਕਾਰ ਬਾਹਰ ਹੋ ਰਹੀ ਹੈ ਅਨਾਜ ਦੀ ਖਰੀਦ ਤੋਂ। ਦੂਸਰੇ ਆਰਡੀਨੈਂਸ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਜਿਹੜੀ ਇੱਕ ਕੰਟਰੈਕਟ ਫਾਰਮਿੰਗ ਆ, ਯਾਨੀ ਕਿ ਠੇਕਾ ਖੇਤੀ ਆ, ਉਹ ਲੈ ਕੇ ਆ ਰਹੀਆਂ ਨੇ ਕਿ ਕਿਸਾਨ ਦੇ ਨਾਲ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਠੇਕਾ ਕਰਨਗੀਆਂ। ਕਿ ਮੰਨ ਲਓ ਸਾਡਾ ਪਿੰਡ ਆ ਔਰ ਇਹਦੇ ਨਾਲ ਰਿਲਾਇੰਸ ਵਾਲਿਆਂ ਨੇ ਠੇਕਾ ਕਰ ਲਿਆ ਕਿ ਤੁਸੀਂ ਮੱਕੀ ਬੀਜੋਗੇ, ਤੁਹਾਨੂੰ ਬੀਜ ਉਹ ਦੇਣਗੇ, ਖਾਦ ਉਹ ਦੇਣਗੇ, ਸਪਰੇਆਂ ਉਹ ਦੇਣਗੇ, ਔਰ ਈਵਨ ਕਿ ਜਿਹੜਾ ਆਰਡੀਨੈਂਸ ਉਹ ਚ ਲਿਖਿਆ ਹੈ ਕਿ ਐਡਵਾਈਸ ਤੱਕ ਦੇਣਗੇ, ਸਲਾਹ ਉਹ ਦੇਣਗੇ ਕਿ ਤੁਸੀਂ ਕਦੋਂ ਪਾਣੀ ਲਾਉਣਾ, ਕਦੋਂ ਖਾਦ ਪਾਉਣੀ ਆ, ਕਦੋਂ ਫਸਲ ਬੀਜਣੀ ਹੈਗੀ ਆ, ਸਲਾਹ ਵੀ ਉਹਨਾਂ ਦੀ ਹੋਏਗੀ, ਮਸ਼ੀਨਰੀ ਵੀ ਉਹ ਦੇਣਗੇ, ਸਭ ਕੁਝ ਉਹਨਾਂ ਦੇ ਮੁਤਾਬਕ ਹੋਊਗਾ। ਔਰ ਉਹਦੇ ਚ ਜਿਹੜੀ ਸਭ ਤੋਂ ਖਤਰਨਾਕ ਸ਼ਰਤ ਇਹ ਆ ਕਿ ਜਿਹੜੀ ਫਸਲ ਦੀ ਕੁਆਲਿਟੀ ਆ ਉਹ ਵੀ ਉਹ ਤੈਅ ਕਰਨਗੇ, ਪਰ ਕੁਆਲਿਟੀ ਦੀ ਜ਼ਿੰਮੇਵਾਰੀ ਕਿਸਾਨ ਦੀ ਹੋਏਗੀ। ਅੱਛਾ, ਹੁਣ ਜਦੋਂ ਸਾਨੂੰ ਸਾਰਾ ਕੁਝ ਉਹ ਦੇ ਰਹੇ, ਬੀਜ ਉਹ ਦੇ ਰਹੇ ਆ, ਇਹ ਦੱਸ ਰਹੇ ਵੀ ਖਾਦ ਕਿੰਨੇ ਦਿਨਾਂ ਬਾਅਦ ਪਾਉਣੀ ਆ, ਪਾਣੀ ਕਦੋਂ ਲਾਉਣਾ, ਤੇ ਫਿਰ ਜਿੱਦਾਂ ਦੀ ਫਸਲ ਹੋਊਗੀ ਉਹ ਫਿਰ ਉਹਨਾਂ ਦੀ ਹੋਏਗੀ। ਬਿਲਕੁਲ, ਪਰ ਉਹ ਅਸਲ ਦੇ ਵਿੱਚ ਇਹ ਸ਼ਰਤ ਲਾ ਕੇ ਕਿ ਅਨਾਜ ਦੀ ਕੁਆਲਿਟੀ ਜਿਹੜੀ ਆ ਉਹ ਤੈਅ ਕਰ ਰਹੇ ਆ ਕਿ ਅਸਲ ਦੇ ਵਿੱਚ ਕਿ ਕਿਸਾਨ ਦੀ ਫਸਲ 'ਚ ਕੱਲ ਨੂੰ ਨੁਕਸ ਕੱਢ ਕੇ ਉਹਨੂੰ ਕੌਡੀਆਂ ਦੇ ਭਾਅ ਜਿਹੜਾ ਹੈਗਾ ਉਹ ਖਰੀਦਿਆ ਜਾ ਸਕੇ। ਇਹਦਾ ਜਿਹੜਾ ਹੈਗਾ ਇਹ ਡਿਸਕਲਰ ਆ, ਇਹਦਾ ਰੰਗ ਨਹੀਂ ਠੀਕ ਆ, ਇਹ ਜਿਹੜੀ ਅੰਡਰ ਸਾਈਜ਼ ਆ, ਇਹਦਾ ਜਿਹੜਾ ਦਾਣਾ ਜਿਹੜਾ ਮਾੜੂ ਆ, ਮਾਰਚੂ ਜਾਂ ਦਾਣਾ ਹੈਗਾ, ਜੋ 20 ਤਰ੍ਹਾਂ ਦੇ ਨੁਕਸ ਜਿਹੜੇ ਹੈਗੇ ਕੱਢ ਸਕਦੇ ਆ। ਕੰਟਰੈਕਟ ਫਾਰਮਿੰਗ ਦੇ ਬਹੁਤ ਤਜਰਬੇ ਜਿਹੜੇ ਆ ਆਲਰੇਡੀ ਫੇਲ ਹੋ ਚੁੱਕੇ ਆ। ਮੰਨ ਲਓ ਕਿਤੇ ਪੋਟੈਟੋ ਚਿਪਸ ਬਣਾ ਰਹੇ ਆ, ਮਤਲਬ ਉਹਨੇ ਆਲੂ ਦੀ ਖੇਤੀ ਕਰਵਾਈ ਕਿਸਾਨ ਤੋਂ, ਕਿਸਾਨ ਨਾਲ ਕਹਿਤਾ ਵੀ ਚੱਲ ਤੇਰਾ ਆਲੂ ਅਸੀਂ ਵੀ ਉਦਾਹਰਨ ਦੇ ਤੌਰ ਤੇ ਮੰਨ ਲਈ ਵੀ 7 ਰੁਪਏ ਖਰੀਦਾਂਗੇ। ਜੇ ਤਾਂ ਆਲੂ ਦੀ ਬੰਪਰ ਪੈਦਾਵਾਰ ਹੋ ਤਾਂ ਫਿਰ ਉਹਨਾਂ ਨੇ ਕਹਿਣਾ ਵੀ ਦੇਖੋ, ਤਾਂ ਕੁਦਰਤੀ ਗੱਲ ਹੈ ਕਿ ਕੀਮਤਾਂ ਹੇਠਾਂ ਆਉਣਗੀਆਂ। ਇਹ ਕਹਿਣਗੇ ਵੀ ਦੇਖੋ ਆਲੂ ਜੀ ਮੰਡੀ 'ਚ 3 ਰੁਪਏ ਰੁਲਦਾ ਪਿਆ, ਤੁਸੀਂ ਸਾਡੇ ਨਾਲ 7 ਰੁਪਏ ਤੁਹਾਡੇ ਨਾਲ ਲਿਖਤ ਕੀਤੀ ਆ, ਇਹ ਅੰਡਰ ਸਾਈਜ਼ ਆ, ਉਹਦਾ ਸਾਈਜ਼ ਛੋਟਾ, ਇਹ ਵਿੱਚ 20 ਤਰ੍ਹਾਂ ਨੁਕਸ ਕੱਢ ਕੇ ਵੀ ਦੇਖੋ 7 ਰੁਪਏ ਵਾਲਾ ਆਲੂ ਤਾਂ ਨਹੀਂ ਹੈਗਾਗਾ, ਤੁਸੀਂ 3.5 ਰੁਪਏ ਵੇਚਣਾ ਤੇ ਵੇਚ ਦੋ, ਨਹੀਂ ਤਾਂ ਮੰਡੀ 'ਚ ਵੇਚ ਦੋ ਜਾਂ ਅਸੀਂ ਉੱਥੋਂ ਖਰੀਦ ਲਾਂਗੇ। ਤਾਂ ਕਿਸਾਨ ਮਜਬੂਰ ਹੋਊਗਾ ਸਸਤਾ ਵੇਚਣ ਵਾਸਤੇ। ਮੰਨ ਲਓ ਆਲੂ ਦੀ ਪੈਦਾਵਾਰ ਘੱਟ ਹੋਈ ਆ, ਆਲੂ ਮਾਰਕੀਟ 'ਚ 10 ਰੁਪਏ ਵਿਕ ਰਹੇ, ਪਰ ਕਿਸਾਨ ਮਜਬੂਰ ਹੋਊਗਾ ਕਿ 7 ਰੁਪਏ ਉਹਨਾਂ ਨੂੰ ਵੇਚੇ, ਕਿਉਂਕਿ ਉਹਨੇ ਲਿਖਤੀ ਕੰਟਰੈਕਟ ਕੀਤਾ ਹੋਇਆ
ਕਿਸਾਨ ਨਹੀਂ ਇਹ ਬਹਾਨਾ ਲਾ ਸਕਦਾ ਕਿ ਮੈਨੂੰ ਤਾਂ ਆਲੂ ਉੱਥੇ ਮਹਿੰਗਾ ਵਿਕਦਾ ਮੈਂ ਉੱਥੇ ਵੇਚੂਗਾ, ਕਿਉਂਕਿ ਉਹ ਕਾਨੂੰਨੀ ਤੌਰ ਤੇ ਜਦੋਂ ਲਿਖਤ ਹੋਈ ਆ ਤਾਂ ਕਿਸਾਨ ਨੂੰ ਉਹ ਅਦਾਲਤਾਂ ਤੇ ਜਿਹੜਾ ਹੈਗਾ ਘੜੀਸਣਗੇ ਕਿ ਜੇਕਰ ਫਸਲ ਦਾ ਵੱਧ ਮੁੱਲ ਮਿਲਦਾ ਤਾਂ ਵੀ ਵਪਾਰੀ ਨੂੰ ਫਾਇਦਾ, ਜੇ ਘੱਟ ਰੇਟ ਰਹਿੰਦਾ ਤਾਂ ਵੀ ਮਤਲਬ ਵਪਾਰੀ ਨੂੰ ਫਾਇਦਾ, ਕਿਸਾਨ ਨੂੰ ਦੋਨੋਂ ਪਾਸੇ ਨੁਕਸਾਨ ਆ। ਯਾਨੀ ਕਿ ਖਰਬੂਜਾ ਛੁਰੀ ਤੇ ਡਿੱਗੇ ਜਾਂ ਛੁਰੀ ਖਰਬੂਜੇ ਤੇ ਡਿੱਗੇ, ਦੋਨੋਂ ਪਾਸੇ ਜਿਹੜਾ ਨੁਕਸਾਨ ਹੈਗਾ ਉਹ ਖਰਬੂਜੇ ਦਾ। ਔਰ ਦੂਜੀ ਆਰਡੀਨੈਂਸ ਦੇ ਵਿੱਚ ਇਹ ਹੈ ਕਿ ਪ੍ਰਾਈਵੇਟ ਕੰਪਨੀਆਂ ਖੇਤੀ ਖੇਤਰ ਦੇ ਵਿੱਚ ਉਹ ਆ ਰਹੀਆਂ ਨੇ। ਤੀਸਰਾ ਜਿਹੜਾ ਆਰਡੀਨੈਂਸ ਆ ਕਿ ਜਿਹੜੀਆਂ ਜ਼ਰੂਰੀ ਵਸਤਾਂ ਸੰਬੰਧੀ ਕਾਨੂੰਨ ਸੀ, ਸਰਕਾਰਾਂ ਆਮ ਤੌਰ ਤੇ ਇਹ ਮੰਨਿਆ ਜਾਂਦਾ ਸੀ ਕਿ ਕਿਸੇ ਚੀਜ਼ ਦੀ ਕਾਲਾ ਬਾਜ਼ਾਰੀ ਨਾ ਹੋਵੇ। ਕਈ ਵਾਰੀ ਦਾਲਾਂ ਦੀ ਕਿੱਲਤ ਹੋ ਜਾਂਦੀ ਆ, ਕਈ ਵਾਰੀ ਮੰਨ ਲਓ ਖੰਡ ਦੀ, ਕਈ ਵਾਰੀ ਪਿਆਜ਼ ਦੀ, ਦੇਖੋ ਪਿਆਜ਼ ਕਈ ਵਾਰੀ 80-90 ਰੁਪਏ ਤੱਕ ਜਿਹੜਾ ਹੈਗਾ ਉਹਦੀ ਕੀਮਤ ਚਲੀ ਜਾਂਦੀ ਹੈ। ਤਾਂ ਇਹ ਹੁੰਦਾ ਸੀ ਕਿ ਜਿਹੜਾ ਵਪਾਰੀ ਆ ਜਾਂ ਇਸ ਤਰ੍ਹਾਂ ਦੇ ਲੋਕ ਨੇ, ਪ੍ਰਾਈਵੇਟ ਕੰਪਨੀਆਂ ਨੇ, ਉਹ ਇਸ ਤਰ੍ਹਾਂ ਦੀਆਂ ਜ਼ਰੂਰੀ ਵਸਤਾਂ ਨੂੰ, ਜ਼ਰੂਰੀ ਵਸਤਾਂ ਉਹ ਜਿਹੜੀਆਂ ਸਾਡੇ ਜਿਉਂਦੇ ਰਹਿਣ ਲਈ ਜ਼ਰੂਰੀ ਆ, ਜਿੰਦੇ 'ਚ ਸਾਡੀਆਂ ਦਾਲਾਂ, ਅਨਾਜ, ਸਾਰੀਆਂ ਚੀਜ਼ਾਂ ਆਉਣ, ਕਿ ਉਹਨਾਂ ਨੂੰ ਸਟੋਰ ਕਰਕੇ ਬਾਜ਼ਾਰ ਦੇ ਵਿੱਚ ਉਹਨਾਂ ਦੀ ਥੁੱਟ ਦਿਖਾ ਕੇ ਉਹਨੂੰ ਮਹਿੰਗੇ ਰੇਟ ਨਾਲ ਵੇਚਣ, ਕਾਲਾ ਬਾਜ਼ਾਰੀ ਨਾ ਕਰਨ। ਬਿਲਕੁਲ। ਪਰ ਸਰਕਾਰ ਨੇ ਤੀਜੇ ਆਰਡੀਨੈਂਸ ਰਾਹੀਂ ਜਿਹੜਾ ਕਾਲਾ ਬਾਜ਼ਾਰੀ ਆ ਇਹਨੂੰ ਕਾਨੂੰਨੀ ਮਾਨਤਾ ਦੇ ਕਿ ਹੁਣ ਤੁਸੀਂ ਕਾਲਾ ਬਾਜ਼ਾਰੀ ਕਰ ਸਕਦੇ ਹੋ। ਸਰਕਾਰ ਨੇ ਤੁਹਾਨੂੰ ਮਾਨਤਾ ਦਿੱਤੀ ਕਿ ਤੁਸੀਂ ਕਿਸਾਨ ਤੋਂ ਸਾਰਾ ਪਿਆਜ਼ ਖਰੀਦ ਲਓ, ਸਾਰਾ ਅਨਾਜ ਖਰੀਦ ਲਓ, ਸਾਰੀਆਂ ਦਾਲਾਂ ਖਰੀਦ ਲਓ। ਕਿਸਾਨ ਦੀ ਜਿਣਸ ਤਾਂ ਉਹਦੀ ਉਪਜ ਦਾ ਕੌਡੀਆਂ ਦੇ ਭਾਅ ਖਰੀਦਣੀ ਆ, ਉਸ ਤੋਂ ਬਾਅਦ ਉਹਦੀ ਥੁੱਟ ਦਿਖਾ ਕੇ ਜਾਂ ਆਪਣੇ ਸਟੋਰ 'ਚ ਉਹਨੂੰ ਰੱਖ ਕੇ ਜਿਹੜੇ ਮਨਮਰਜ਼ੀ ਦੇ ਰੇਟ ਤੇ ਤੁਸੀਂ ਉਹ ਜਿਹੜੀ ਚੀਜ਼ ਹੈਗੀ ਵੇਚ ਸਕਦੇ ਹੋ। ਔਰ ਇਹ ਆਰਡੀਨੈਂਸ ਸਿਰਫ ਕਿਸਾਨ ਵਿਰੋਧੀ ਨਹੀਂ ਹੈਗਾ, ਇਹ ਜਿਹੜਾ ਆਮ ਖਪਤਕਾਰ ਆ, ਕਿਉਂਕਿ ਮਹਿੰਗਾਈ ਨੇ ਹੋਰ ਵਧਣਾ, ਆਮ ਲੋਕਾਂ ਦੇ ਵਾਸਤੇ ਜ਼ਰੂਰੀ ਚੀਜ਼ਾਂ ਬਹੁਤ ਮਹਿੰਗੀਆਂ ਹੋ ਜਾਣੀਆਂ, ਔਰ ਜਿਹੜਾ ਛੋਟਾ ਵਪਾਰੀ ਆ ਉਹਨੇ ਵੀ ਇਹਦੇ ਤਹਿਤ ਜਿਹੜਾ ਹੈਗਾ ਉਹ ਖਤਮ ਹੋ ਜਾਣਾ। ਇਹ ਤਿੰਨ ਆਰਡੀਨੈਂਸ ਜਿਹੜੇ ਹੈਗੇ ਆ ਮੋਟੇ ਰੂਪ ਦੇ ਵਿੱਚ ਇਹ ਕੁਛ ਇਹਦੇ ਵਿੱਚ ਜਿਹੜਾ ਹੈਗਾ। ਜਦ ਤੱਕ ਵਿਰੋਧ ਦੀ ਗੱਲ ਤੁਸੀਂ ਕਹੀ ਆ, ਤਾਂ ਵਿਰੋਧ ਤਾਂ ਕਿਸਾਨ ਜਥੇਬੰਦੀਆਂ ਦਾ ਇਹ ਫਰਜ਼ ਬਣਦਾ ਕਿ ਉਹ ਕਿਸਾਨੀ ਹਿੱਤਾਂ ਦੀ ਜਿਹੜੀ ਆ ਉਹ ਪਹਿਰੇਦਾਰੀ ਕਰਨ, ਉਹਨਾਂ ਦੀ ਰੱਖਿਆ ਵਾਸਤੇ ਖੜਨ। ਤੇ ਜਦੋਂ ਇਹਨਾਂ ਆਰਡੀਨੈਂਸਾਂ ਦੇ ਰਾਹੀਂ ਮਤਲਬ ਉਹ ਖੇਤੀ ਖੇਤਰ ਦੇ ਵਿੱਚੋਂ ਸਰਕਾਰ ਬਾਹਰ ਹੋ ਰਹੀ ਆ, ਮੋਟੇ ਰੂਪ 'ਚ ਇਹਦਾ ਇਹੀ ਨਿਕਲਣਾ ਕਿ ਜਦੋਂ ਜਿਹੜਾ ਕੰਟਰੈਕਟ ਆ ਉਹ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦਾ ਹੋਣਾ, ਔਰ ਉਹਦੇ 'ਚ ਜਿਹੜੀ ਕਿਸਾਨੀ ਪਹਿਲਾਂ ਹੀ ਕਰਜ਼ਾਈ ਆ। ਤੁਸੀਂ ਦੇਖੋ ਕਿ 86% ਪੰਜਾਬ ਦੀ ਕਿਸਾਨੀ 5 ਏਕੜ ਤੋਂ ਘੱਟ ਖੇਤੀ ਵਾਲੀ ਆ, ਔਰ ਪੰਜਾਬ 'ਚ ਖੁਦਕੁਸ਼ੀਆਂ ਇੰਨੀਆਂ ਹੋ ਰਹੀਆਂ ਨੇ ਕਿ ਪੰਜਾਬ ਦੀ ਕਿਸਾਨੀ ਉੱਪਰ 1 ਲੱਖ ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਕਰਜ਼ਾ। ਛੋਟੀ ਕਿਸਾਨੀ ਜਿਹੜੀ ਆ ਉਹਦੀ ਬਹੁਤ ਮੰਦੀ ਹਾਲਤ ਆ। ਛੋਟੀ ਕਿਸਾਨੀ ਉਹ ਕੰਪਨੀਆਂ ਦੇ ਨਾਲ ਕੰਟਰੈਕਟ ਕਰਕੇ ਉਹ ਕੰਪਨੀਆਂ ਉਹਨੂੰ ਦਵਾਲ ਨਹੀਂ ਹੈਗੀਆਂ। ਔਰ ਅਸਲ ਦੇ ਵਿੱਚ ਕੀ ਆ ਕਿ ਛੋਟੀ ਕਿਸਾਨੀ ਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦੇ ਆ, ਉਹਦੀਆਂ ਜ਼ਮੀਨਾਂ ਖੋ ਕੇ ਇੱਕ ਵੱਡੇ ਇੱਥੇ ਫਾਰਮ ਜਿਹੜਾ ਹੈਗਾ ਉਹ ਬਣਾਉਣੇ ਚਾਹੁੰਦੇ ਆ। ਤਾਂ ਕਿਸਾਨ ਜਥੇਬੰਦੀਆਂ ਨੂੰ ਉਹ ਵੱਡੀ ਗਿਣਤੀ 'ਚ ਕਿਸਾਨੀ ਦਾ ਉਜਾੜਾ ਹੁੰਦਾ ਦਿਖ ਰਿਹਾ, ਇਸ ਕਰਕੇ ਕਿਸਾਨ ਜਥੇਬੰਦੀਆਂ ਜਿਹੜਾ ਹੈਗਾ ਇਹਦਾ ਉਹ ਲਗਾਤਾਰ ਜਿਹੜਾ ਉਹ ਵਿਰੋਧ ਕਰ ਰਹੀਆਂ। ਜੇ ਆਪਾਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਜਿਵੇਂ ਅਕਾਲੀ ਦਲ ਵੱਲੋਂ ਇਹਦਾ ਜਿਹੜਾ ਕਿਹਾ ਗਿਆ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹ ਨਹੀਂ ਬੰਦ ਹੋਣ ਦੇਣਗੇ, ਫਿਰ ਤੁਸੀਂ ਇਹਦਾ ਵਿਰੋਧ ਕਿਉਂ ਕਰ ਰਹੇ ਹੋ? ਦੇਖੋ, ਸੈਂਟਰ ਦੇ ਵਿੱਚ ਬੀਜੇਪੀ ਅਕਾਲੀ ਦਲ ਦੀ ਸਰਕਾਰ ਆ, ਆਰਡੀਨੈਂਸ ਲਿਆਂਦੇ ਗਏ ਔਰ ਉਹਦੇ 'ਚ ਅਕਾਲੀ ਦਲ ਦੇ ਜਿਹੜੇ ਮੈਡਮ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਹ ਕੈਬਨਿਟ ਮੰਤਰੀ ਨੇ, ਉਹਨਾਂ ਦੀ ਸਹਿਮਤੀ ਸੀ ਇਹਨਾਂ ਆਰਡੀਨੈਂਸਾਂ ਤੇ, ਔਰ ਉਹਨਾਂ ਦੀ ਸਹਿਮਤੀ ਦੇ ਨਾਲ ਆਰਡੀਨੈਂਸ ਜਿਹੜੇ ਹੈਗੇ ਆ ਪਾਸ ਹੋਏ ਆ। ਅੱਜ ਜੋ ਸੁਖਬੀਰ ਸਿੰਘ ਬਾਦਲ ਹੋਰੀ ਉਹ ਕਹਿ ਰਹੇ ਨੇ, ਉਹ ਇਸ ਕਰਕੇ ਕਹਿ ਰਹੇ ਆ ਕਿ ਉਹਨਾਂ ਨੂੰ ਅੱਜ ਸੇਕ ਲੱਗਣਾ ਸ਼ੁਰੂ ਹੋ ਗਿਆ ਕਿ ਪੰਜਾਬ ਦੀ ਕਿਸਾਨੀ ਦਾ ਜਿਹੜਾ ਅੰਦੋਲਨ ਆ ਉਹ ਅਕਾਲੀ ਦਲ ਤੇ ਭਾਜਪਾ ਦੇ ਵੱਲ ਸਿੱਧਤ ਹੋ ਚੁੱਕਾ, ਔਰ ਅਕਾਲੀ ਦਲ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਦੇ ਥੱਲੋਂ ਜਿਹੜੀ ਸਿਆਸੀ ਜ਼ਮੀਨ ਉਹਦੀ ਖੁਸਦੀ ਜਾ ਰਹੀ ਆ। ਔਰ ਅਸੀਂ ਇਹ ਕਹਿ ਰਹੇ ਹਾਂ ਕਿ ਅਕਾਲੀ ਦਲ ਨੇ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਕਰਕੇ ਸਿਆਸੀ ਤੌਰ ਤੇ ਜਿਹੜੀ ਖੁਦਕੁਸ਼ੀ ਆ ਉਹ ਕਰ ਲਈ ਆ। ਜਿੱਥੋਂ ਤੱਕ MSP ਦਾ ਸਵਾਲ ਆ, ਹੁਣ 22 ਫਸਲਾਂ ਦਾ ਕੇਂਦਰ ਸਰਕਾਰ MSP ਤੈਅ ਕਰਦੀ ਆ, ਘੱਟੋ ਘੱਟ ਸਮਰਥਨ ਮੁੱਲ। ਹੁਣ ਉਹਦੇ ਚੋਂ ਖਰੀਦ ਮੋਟੇ ਰੂਪ 'ਚ ਕਣਕ ਤੇ ਝੋਨੇ ਦੀ ਹੁੰਦੀ ਆ, ਬਾਕੀ ਥੋੜੀ ਬਹੁਤ ਉਹ ਨਰਮੇ ਜਾਂ ਗੰਨੇ ਦੀ ਹੁੰਦੀ ਆ। ਮੋਟੇ ਰੂਪ 'ਚ ਕਣਕ ਤੇ ਝੋਨੇ ਦੀ ਜਿਹੜੀ ਸਰਕਾਰੀ ਖਰੀਦ ਆ ਉਹ ਹੁੰਦੀ ਹੈਗੀ ਆ। ਔਰ ਜਿਹੜੇ ਸੁਖਬੀਰ ਬਾਦਲ ਹੋਈ ਇਹ ਕਹਿ ਰਹੇ ਕੋਈ ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੂਗਾ। ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਕਿ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਆ ਮੱਕੀ ਦਾ 1850 ਰੁਪਇਆ ਤੈਅ ਆ ਸੈਂਟਰ ਗਵਰਨਮੈਂਟ ਵੱਲੋਂ,
ਮੱਕੀ 600 ਤੋਂ ਲੈ ਕੇ 900 ਰੁਪਏ ਨੂੰ ਪੰਜਾਬ 'ਚ ਰੋਲ ਰਹੀ ਆ। 2 ਲੱਖ ਹੈਕਟੇਅਰ ਤੋਂ ਉੱਪਰ ਪੰਜਾਬ 'ਚ ਕਿਸਾਨਾਂ ਨੇ ਮੱਕੀ ਦੀ ਜਿਹੜੀ ਆ ਉਹ ਕਾਸ਼ਤ ਕੀਤੀ ਆ। ਤੋ ਉਹਦੇ ਤੇ ਸੁਖਬੀਰ ਬਾਦਲ ਹੋਰਾਂ ਦਾ ਕੀ ਜਵਾਬ ਆ? ਉਹਨਾਂ ਦਾ ਸਮਰਥਨ ਮੁੱਲ ਤਾਂ ਤੈਅ ਆ, ਫਿਰ ਕਿਸਾਨੀ ਕਿਉਂ ਮਤਲਬ ਕੌਡੀਆਂ ਦੇ ਭਾਅ ਜਿਹੜੀ ਆ ਮੱਕੀ ਵੇਚਣ ਵਾਸਤੇ ਮਜਬੂਰ ਆ? ਉਹਦਾ ਕਾਰਨ ਆ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਇੱਕ ਪੱਖ ਆ, ਦੂਸਰਾ ਪੱਖ ਆ ਕਿ ਖਰੀਦ ਦੀ ਗਰੰਟੀ ਹੋਣੀ ਜ਼ਰੂਰੀ ਆ ਕਿ ਕਿਸਾਨ ਦਾ ਉਪਜ ਦਾ ਦਾਣਾ ਦਾਣਾ ਖਰੀਦਣ ਦੀ ਸਰਕਾਰ ਦੀ ਗਰੰਟੀ ਹੋਵੇ। ਔਰ ਇਹਦੇ ਨਾਲ ਹੀ ਜਿਹੜਾ ਉਹ ਇਹ ਕਹਿੰਦੇ ਕਿ ਅਕਾਲੀ ਦਲ ਕਿਸਾਨਾਂ ਲਈ ਖੜਾ, ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਜੇ ਉਹਨੂੰ ਲੱਗਦਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਤੇ ਉਹਨਾਂ ਦੀ ਸੈਂਟਰ 'ਚ ਸਰਕਾਰ ਆ, ਉਹ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਇਹਨੂੰ ਕਿਸਾਨਾਂ ਦਾ ਕਾਨੂੰਨੀ ਅਧਿਕਾਰ ਬਣਾਉਣ ਕਿ ਇਹ ਕਿਸਾਨਾਂ ਦਾ ਲੀਗਲ ਰਾਈਟ ਆ। ਖਰੀਦ ਜੇ ਪ੍ਰਾਈਵੇਟ ਹੁੰਦੀ ਆ ਤੇ ਹੋਵੇ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਦਾ ਰੇਟ ਸਰਕਾਰ ਤੈਅ ਕਰੇ, ਭਾਵੇਂ ਕੋਈ ਪ੍ਰਾਈਵੇਟ ਕੰਪਨੀ ਜਾਂ ਵਪਾਰੀ ਖਰੀਦੇ, ਪਰ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਸਰਕਾਰ ਵੱਲੋਂ ਤੈਅ ਆ ਉਦੋਂ ਇੱਕ ਵੀ ਪੈਸਾ ਘੱਟ ਨਾ ਦੇਵੇ। ਜੇ ਪੈਸਾ ਘੱਟ ਦੇਵੇ ਤਾਂ ਉਹ ਕਾਨੂੰਨੀ ਕਾਰਵਾਈ ਉਸ ਵਪਾਰੀ ਤੇ ਪ੍ਰਾਈਵੇਟ ਕੰਪਨੀ ਤੇ ਹੋਵੇ। ਔਰ ਕਿਸਾਨਾਂ ਦਾ ਜਿਹੜਾ MSP ਆ ਇਹ ਲੀਗਲ ਰਾਈਟ ਹੋਣਾ ਚਾਹੀਦਾ। ਹੁਣ ਦੂਸਰੀ ਇਹ 'ਚ ਇੱਕ ਹੋਰ ਵੀ ਗੱਲ ਕਹਿ ਰਹੇ ਆ ਕਿ ਜਿਹੜੇ 3 ਆਰਡੀਨੈਂਸ ਆ ਇਹਨਾਂ 'ਚ MSP ਨੂੰ ਖਤਮ ਕਰਨ ਬਾਰੇ ਕਿਤੇ ਜ਼ਿਕਰ ਹੀ ਨਹੀਂਗਾ। ਤਾਂ ਸਵਾਲ ਇਹ ਆ ਅਸੀਂ ਕਰਦੇ ਕਿ ਕਹਿੰਦੇ ਵੀ MSP ਨੂੰ ਖਤਮ ਕਰਨ ਬਾਰੇ ਜ਼ਿਕਰ ਨਹੀਂ। ਅਸੀਂ ਕਹਿੰਦੇ ਕਿ ਤੁਸੀਂ ਉਹ ਕਾਨੂੰਨ ਦੱਸ ਦਿਓ ਜਿੰਦੇ 'ਚ MSP ਦੇਣ ਬਾਰੇ ਜ਼ਿਕਰ ਆ। ਜਿਹੜੀ ਚੀਜ਼ ਦੀ ਪਹਿਲਾਂ ਕੋਈ ਕਾਨੂੰਨੀ ਮਾਨਤਾ ਹੈ ਹੀ ਨਹੀਂ, ਉਹਨੂੰ ਕਾਨੂੰਨੀ ਰੂਪ 'ਚ ਖਤਮ ਕਰਨ ਵਾਸਤੇ ਕਿਸੇ ਕਾਨੂੰਨੀ ਦਸਤਾਵੇਜ਼ ਲਿਆਉਣਾ ਜ਼ਰੂਰੀ ਹੋਈ ਨਹੀਂ ਹੈਗਾ। ਇਸ ਕਰਕੇ MSP ਦੇ ਉੱਪਰ ਜਿਹੜੀ ਸੁਖਬੀਰ ਬਾਦਲ ਹੋਰੀ ਬਿਆਨਬਾਜ਼ੀ ਕਰ ਰਹੇ ਆ, ਪੰਜਾਬ ਦੀ ਕਿਸਾਨੀ ਭਲੀ ਭਾਂਤ ਜਾਣਦੀ ਆ। ਉਹਨਾਂ ਨੂੰ ਅਕਾਲੀ ਜਿਹੜੀ ਸਰਕਾਰ BJP ਸਰਕਾਰ ਆ, ਅਕਾਲੀ ਦਲ ਨੂੰ ਉਹਦੇ ਤੋਂ ਜਿਹੜਾ ਹੈਗਾ ਉਹ ਬਾਹਰ ਆਉਣਾ ਚਾਹੀਦਾ। ਔਰ ਪੰਜਾਬ ਦੇ ਨਾਲ ਜਿਹੜੀ ਕਿਸਾਨਾਂ ਦੇ ਨਾਲ ਗੱਦਾਰੀ ਕਰ ਰਹੇ ਹੈਗੇ ਆ, ਇਹ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਨਹੀਂ ਤਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਇਹਦਾ ਸੇਕ ਜਿਹੜਾ ਹੈਗਾ ਬਹੁਤ ਉਹ ਝੱਲਣਾ ਪਊਗਾ। ਰਜਿੰਦਰ ਜੀ, ਜਿਵੇਂ ਆਰਡੀਨੈਂਸਾਂ ਦੀ ਆਪਾਂ ਗੱਲ ਕਰੀਏ ਨਾ, ਆਰਡੀਨੈਂਸ ਉਦੋਂ ਪੇਸ਼ ਕੀਤੇ ਜਾਂਦੇ ਆ ਜਦੋਂ ਸੰਸਦ ਦਾ ਜਿਹੜਾ ਸੈਸ਼ਨ ਬੈਠਣਾ ਸੰਭਵ ਨਾ ਹੋਵੇ। ਕਰੋਨਾ ਕਰਕੇ ਸੰਸਦ ਦਾ ਸੈਸ਼ਨ ਸੰਭਵ ਨਹੀਂ ਸੀ ਤਾਂ ਆਰਡੀਨੈਂਸ ਇਹਨਾਂ ਨੇ ਲਿਆਂਦੇ। ਕੀ ਕਾਰਨ ਸਮਝਦੇ ਹੋ ਕਿ ਇੰਨੀ ਕਾਹਲ ਨਾਲ ਇਹ ਆਰਡੀਨੈਂਸ ਕਿਉਂ ਪੇਸ਼ ਕੀਤੇ ਗਏ? ਇਸ ਕਾਹਲ ਦਾ ਕੀ ਕਾਰਨ ਸਮਝਦੇ ਹੋ ਤੁਸੀਂ? ਦੇਖੋ, ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹ ਬਹੁਕੌਮੀ ਕੰਪਨੀਆਂ ਦੀ ਜਿਹੜੀ ਸਰਕਾਰ ਹੈਗੀ ਆ, ਔਰ ਜਿਹੜੇ ਲਟੇਰੀਆਂ ਬਹੁਕੌਮੀ ਕੰਪਨੀਆਂ ਨੇ ਜਿਹੜੀਆਂ ਲੁੱਟ ਰਹੀਆਂ ਨੇ ਲਗਾਤਾਰ, ਉਹ ਭਾਵੇਂ ਇਹ ਵਿਦੇਸ਼ੀ ਬਹੁਕੌਮੀ ਕੰਪਨੀਆਂ ਨੇ, ਭਾਵੇਂ ਜਿਹੜੀਆਂ ਦੇਸੀ ਵੱਡੀਆਂ ਕੰਪਨੀਆਂ ਨੇ, ਉਹਨਾਂ ਦੇ ਪੱਖ 'ਚ ਮੋਦੀ ਸਰਕਾਰ ਲਗਾਤਾਰ ਨੀਤੀਆਂ ਬਣਾਉਂਦੀ ਆ ਰਹੀ ਹੈ। ਔਰ ਜਿਹੜਾ ਕਰੋਨਾ ਇਹ ਪੀਰੀਅਡ ਸੀਗਾ, ਇਹਨੂੰ ਮੋਦੀ ਸਰਕਾਰ ਨੇ ਬਹੁਕੌਮੀ ਕੰਪਨੀਆਂ ਤੇ ਜਿਹੜੀਆਂ ਉਹਨਾਂ ਦੇ ਦੇਸੀ ਜਿਹੜੇ ਦਲਾਲ ਹੈਗੇ ਇੱਧਰ ਦੀਆਂ ਬਹੁਤ ਵੱਡੀਆਂ ਕੰਪਨੀਆਂ ਨੇ, ਉਹਨਾਂ ਨੂੰ ਜਿਹੜਾ ਉਹਨਾਂ ਨੂੰ ਫਾਇਦੇ ਪਹੁੰਚਾਉਣ ਵਾਸਤੇ ਇਸ ਕਰੋਨਾ ਪੀਰੀਅਡ ਨੂੰ ਇੱਕ ਵਰਦਾਨ ਦੇ ਰੂਪ 'ਚ ਵਰਤਿਆ। ਤੁਸੀਂ ਦੇਖੋ, ਖੇਤੀਬਾੜੀ ਆਰਡੀਨੈਂਸ ਆਏ, ਰੇਲਵੇ ਮਹਿਕਮੇ ਦਾ ਨਿੱਜੀਕਰਨ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਕੀਤਾ। ਔਰ ਇਹ ਸਾਰੇ ਕੰਮ ਉਹਨਾਂ ਨੇ ਕਰੋਨਾ ਪੀਰੀਅਡ ਦੇ ਵਿੱਚ ਜਿਹੜੇ ਹੈਗੇ ਆ ਉਹ ਕੀਤੇ ਆ। ਜਿਹੜੀ ਉਹ ਕਾਲ ਦੀ ਗੱਲ ਹੈਗੀ ਆ, ਤਾਂ ਕਾਲ ਇਹ ਹੈਗਾ ਕਿ ਅਸਲ ਦੇ ਵਿੱਚ ਮੋਦੀ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਹੈਗੀ, ਇਹ ਲੋਕਾਂ ਦੀ ਦੁਸ਼ਮਣ ਸਰਕਾਰ ਆ, ਜਿਹੜੀ ਕਿ ਇਸ ਦੇਸ਼ ਦੇ ਵਿੱਚ ਜਿਹੜੀਆਂ ਫਾਸ਼ੀਵਾਦੀ ਇੱਕ ਰਾਜ ਪ੍ਰਬੰਧ ਜਿਹੜਾ ਹੈਗਾ ਉਹ ਸਾਰਨ ਵਾਲੇ ਪਾਸੇ ਵੱਧ ਰਹੀ ਆ। ਜਿਹੜਾ ਉਹਨਾਂ ਦਾ ਹਿੰਦੁਸਤਾਨ ਦਾ ਇੱਕ ਹਿੰਦੂ ਰਾਸ਼ਟਰ ਦਾ ਏਜੰਡਾ ਹੈਗਾ, ਔਰ ਦੂਸਰਾ ਜਿਹੜਾ ਹੈਗਾ ਕਾਰਪੋਰੇਟ ਨੂੰ ਮੁਨਾਫੇ ਦੇਣ ਦਾ ਏਜੰਡਾ ਹੈਗਾ, ਇਹਨੂੰ ਉਹ ਬਾਦਸਤੂਰ ਜਿਹੜਾ ਹੈਗਾ ਉਹ ਲਾਗੂ ਉਹ ਕਰ ਰਹੇ ਹੈਗੇ ਆ। ਔਰ ਕਰੋਨਾ ਦੇ ਵਿੱਚ ਉਹਨਾਂ ਨੇ ਇਹ ਬਹਾਨਾ ਬਣਾ ਕੇ ਕਿ ਪਾਰਲੀਮੈਂਟ ਬੈਠਣੀ, ਲੋਕਾਂ ਨੂੰ ਘਰਾਂ 'ਚ ਬਿਠਾ ਕੇ ਜਿਹੜੇ ਉਹਨਾਂ ਦੇ ਕੰਮ ਅੜੇ ਹੋਏ ਸੀ ਕਾਰਪੋਰੇਟ ਨੂੰ ਫਾਇਦੇ ਦੇਣ ਵਾਸਤੇ, ਉਹਨਾਂ ਨੇ ਦਿਨਾਂ ਦੇ ਵਿੱਚ ਜਿਹੜੇ ਹੈਗੇ ਸੀਗੇ ਉਹ ਸਾਰੇ ਜਿਹੜੇ ਹੈਗੇ ਆ ਉਹ ਕੀਤੇ ਆ। ਇਹਦਾ ਮੋਟੇ ਰੂਪ 'ਚ ਇਹੀ ਆ ਕਿ ਜਿਹੜੀ ਮੋਦੀ ਸਰਕਾਰ ਆ ਕਾਰਪੋਰੇਟ ਦੀ ਸਰਕਾਰ ਆ, ਜਿਸ ਕਰਕੇ ਉਹਨਾਂ ਨੇ ਕਰੋਨਾ ਦੇ ਵਿੱਚ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਦੀ ਬਜਾਏ, ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਬਜਾਏ ਕਰੋਨਾ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਹੈ। ਆਪਾਂ ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ ਕੈਪਟਨ ਸਰਕਾਰ ਇਹਦਾ ਵਿਰੋਧ ਕਰ ਰਹੀ ਹੈ ਜਿਹੜੇ ਆਰਡੀਨੈਂਸ ਨੇ ਖੇਤੀਬਾੜੀ ਨੂੰ ਲੈ ਕੇ, ਪਰ ਦੂਜੇ ਪਾਸੇ ਜਿਹੜੇ ਵਿਰੋਧ ਕਰ ਰਹੇ ਕਿਸਾਨ ਆ ਉਹਨਾਂ ਤੇ ਉਹ ਪਰਚੇ ਦਰਜ ਕਰਤੇ ਉਹਨਾਂ ਨੇ। ਇਸ ਸਰਕਾਰ ਦੇ ਇਸ ਦੋਗਲੇਪਣ ਦਾ ਤੁਸੀਂ ਕੀ ਕਾਰਨ ਸਮਝਦੇ ਹੋ? ਦੇਖੋ, ਕੈਪਟਨ ਸਰਕਾਰ ਜਿਹੜੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀ ਆ, ਉਹ ਆਪਣੀ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ।
ਕੋਈ ਅਸੀਂ ਕਿਰਤੀ ਕਿਸਾਨ ਯੂਨੀਅਨ ਜਾਂ ਪੰਜਾਬ ਦੀਆਂ ਹੋਰ ਜਿਹੜੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਉਹ ਕਿਸੇ ਭੁਲੇਖੇ 'ਚ ਨਹੀਂ ਹੈਗੇ ਵੀ ਕੈਪਟਨ ਸਾਹਿਬ ਕਿੰਨੇ ਕੋਈ ਕਿਸਾਨ ਤੇ ਸੀ। ਇਸੇ ਹੀ ਕੈਪਟਨ ਅਮਰਿੰਦਰ ਹੋਰਾਂ ਨੇ ਗੁਰਬਾਣੀ ਦੀ ਸਹੁੰ ਖਾ ਕੇ ਇਹ ਕਿਹਾ ਸੀ ਕਿ ਮੈਂ ਕਿਸਾਨਾਂ ਦੇ ਕਰਜ਼ੇ ਮਾਫ ਕਰੂੰਗਾ। ਉਹ ਬੈਂਕਾਂ ਦੇ ਕਰਜ਼ੇ ਆ, ਉਹ ਆੜ੍ਹਤੀਆਂ ਦੇ ਕਰਜ਼ੇ ਆ, ਉਹ ਸੁਸਾਇਟੀਆਂ ਦੇ ਕਰਜ਼ੇ ਆ, ਪਰ ਪੰਜਾਬ ਦੀ ਕਿਸਾਨੀ ਦਾ ਜਿਹੜਾ ਸੀਗਾ ਕੋਈ ਕਰਜ਼ਾ ਨਹੀਂ ਮਾਫ ਹੋਇਆ। ਜਿਹੜਾ ਉਹ ਊਠ ਦੇ ਤੋਂ ਛਾਨਣੀ ਲਾਉਣ ਵਾਲਾ ਕੰਮ ਕੀਤਾ, ਬਿਲਕੁਲ ਨਾ ਮਾਤਰ ਜਿਹੜਾ ਕਰਜ਼ਾ। ਔਰ ਬਹੁਤ ਗਿਣਤੀ ਜਿਹੜੇ ਹੈਗੀ ਹੈ ਛੋਟੀ ਕਿਸਾਨੀ ਜਿਨ੍ਹਾਂ ਨੇ ਕਿਹਾ ਵੀ 2-2 ਲੱਖ ਦੇ ਕਰਜ਼ੇ ਮਾਫ ਹੋਣੇ, ਉਹਨਾਂ ਨੂੰ ਇੱਕ ਧੇਲੇ ਦਾ ਵੀ ਜਿਹੜਾ ਫਾਇਦਾ ਉਹ ਨਹੀਂ ਪਹੁੰਚਿਆ ਹੈਗਾ। ਕੈਪਟਨ ਸਰਕਾਰ ਬੁਰੀ ਤਰ੍ਹਾਂ ਜਿਹੜੀ ਹੈਗੀ ਆ ਉਹ ਫੇਲ ਹੋ ਚੁੱਕੀ। ਔਰ ਆਰਡੀਨੈਂਸ ਜਿਹੜੀ ਸੈਂਟਰ ਗਵਰਨਮੈਂਟ ਲੈ ਕੇ ਆਈ ਹੈਗੀ ਇਸ ਕਰਕੇ ਉਹ ਇਹ ਸਿਰਫ ਵਿਰੋਧ ਦਾ ਜਿਹੜਾ ਹੈਗਾ ਉਹ ਪਖੰਡ ਕਰ ਰਹੀ ਆ। ਜਿਹੜੇ ਸੰਘਰਸ਼ ਕਰ ਰਹੇ ਲੋਕ ਆ, ਸੰਘਰਸ਼ਾਂ ਤੇ ਪਾਬੰਦੀਆਂ ਲਾ ਰਹੀ ਆ ਕਿ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇਗੇ। ਬੱਸ ਦੇ ਵਿੱਚ 60 ਬੰਦੇ ਚੜ੍ਹ ਸਕਦੇ ਆ, ਧਰਨਾ ਲਾਉਣ ਵਾਸਤੇ 5 ਬੰਦੇ ਜਿਹੜੇ ਇਕੱਠੇ ਨਹੀਂ ਹੋ ਸਕਦੇਗੇ। ਪੰਜਾਬ 'ਚ ਸੰਘਰਸ਼ੀ ਲੋਕਾਂ ਦੇ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਹੈਗੇ ਆ। ਤੋਂ ਕੈਪਟਨ ਅਸਲ ਦੇ ਵਿੱਚ ਜਿਹੜੀ ਆ ਖਰੀਦ ਦਾ ਨਿੱਜੀਕਰਨ ਹੋ ਰਿਹਾ, ਇਹਦਾ ਕੋਈ ਵਿਰੋਧੀ ਨਹੀਂ ਗੀ। ਯਾਨੀ ਕਿ ਜਿਹੜੀ APMC ਹੈਗੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਸੋਧ ਕਰਕੇ ਯਾਨੀ ਕਿ ਪ੍ਰਾਈਵੇਟ ਮੰਡੀਆਂ ਖੋਲਣ ਦੀ ਜਿਹੜੀ ਤਜਵੀਜ਼ ਆ ਕੈਪਟਨ ਹੋਰੀ ਲਿਆ ਚੁੱਕੇ ਆ। ਔਰ ਡਾਕਟਰ ਮਨਮੋਹਨ ਸਿੰਘ ਹੋਰੀ ਜਿਹੜੀ ਕਾਂਗਰਸ ਪਾਰਟੀ ਦੇ 10 ਸਾਲ ਪ੍ਰਧਾਨ ਮੰਤਰੀ ਰਹੇ ਆ, ਨਿੱਜੀਕਰਨ ਦੀਆਂ ਨੀਤੀਆਂ ਇਸ ਦੇਸ਼ 'ਚ ਲਿਆਉਣ ਵਾਲੀ ਕਾਂਗਰਸ ਪਾਰਟੀ ਹੀ ਸੀਗੀ। ਇਸ ਕਰਕੇ ਕਿਸੇ ਕੈਪਟਨ ਤੋਂ, ਕਿਸੇ ਬਾਦਲ ਤੋਂ, ਕਿਸੇ ਮੋਦੀ ਤੋਂ ਪੰਜਾਬ ਦੀ ਕਿਸਾਨੀ ਨੂੰ ਝਾਕ ਨਹੀਂ ਰੱਖਣੀ ਚਾਹੀਦੀ। ਪੰਜਾਬ ਦੀ ਕਿਸਾਨੀ ਨੂੰ ਆਪਣੇ ਏਕੇ ਤੇ ਆਪਣੀਆਂ ਜਥੇਬੰਦੀਆਂ ਤੋਂ ਝਾਕ ਰੱਖਣੀ ਚਾਹੀਦੀ ਆ ਕਿ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਤੇ ਆਰਡੀਨੈਂਸ ਰੱਦ ਹੋਣਗੇ। ਕਿਉਂਕਿ ਇੱਕ ਗੱਲ ਬਿਲਕੁਲ ਸਾਫ਼ ਆ ਕਿ ਦੋਨਾਂ 'ਚ ਇੱਕ ਚੀਜ਼ ਰਹੂਗੀ। ਜੇ ਤਾਂ ਆਰਡੀਨੈਂਸ ਰਹਿਣਗੇ ਤੇ ਪੰਜਾਬ ਦੀ ਛੋਟੀ ਤੋਂ ਦਰਮਿਆਨੀ ਕਿਸਾਨੀ ਨਹੀਂ ਰਹੂਗੀ, ਤੇ ਜੇ ਕਿਸਾਨੀ ਨੇ ਰਹਿਣਾ ਫਿਰ ਕਿਸਾਨੀ ਨੂੰ ਆਰਡੀਨੈਂਸ ਨਹੀਂ ਰਹਿਣ ਦੇਣੇ ਚਾਹੀਦੇ। ਇਸ ਵਾਸਤੇ ਉਹਨੂੰ ਸੜਕਾਂ ਤੇ ਵੱਡੀ ਗਿਣਤੀ 'ਚ ਨਿੱਤਰਨਾ ਚਾਹੀਦਾ। ਰਜਿੰਦਰ ਜੀ, ਜਿਵੇਂ ਝੋਨੇ ਤੇ ਕਣਕ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਿਹੜੀਆਂ 2 ਫਸਲਾਂ ਨੇ ਇਹ ਨੁਕਸਾਨਦੇਹ ਨੇ, ਵੀ ਜ਼ਮੀਨ ਦੇ ਵਿੱਚੋਂ ਪਾਣੀ ਜਿਹੜਾ ਘਟ ਰਿਹਾ ਹੈ ਇਹ ਸਾਡੇ ਲਈ ਨੁਕਸਾਨਦੇਹ ਆਉਣ ਵਾਲੇ ਸਮੇਂ ਦੇ ਲਈ। ਪਰ ਜੇ ਸਰਕਾਰ ਇਹਦਾ ਸਮਰਥਨ ਮੁੱਲ ਬੰਦ ਕਰ ਰਹੀ ਹੈ ਤਾਂ ਫਿਰ ਇਹਦੇ ਵਿਰੋਧ ਦਾ ਤੁਸੀਂ ਕਿਉਂ ਕਾਰਨ ਸਮਝਦੇ ਹੋ? ਦੇਖੋ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ, ਪੰਜਾਬ ਦੀ ਕਿਸਾਨੀ ਸਿਰ ਕਰਜ਼ੇ ਦਾ ਕਾਰਨ ਇਹ ਹੈ। ਹਵਾ ਪਾਣੀ ਮਿੱਟੀ ਜ਼ਹਿਰੀਲਾ ਹੋ ਗਿਆ, ਪੰਜਾਬ 'ਚ ਭਿਆਨਕ ਕਿਸਮ ਦੀਆਂ ਬਿਮਾਰੀਆਂ ਆ ਗਈਆਂ ਕਿ ਮਾਂ ਦੇ ਦੁੱਧ ਨੂੰ ਸਭ ਤੋਂ ਪਵਿੱਤਰ ਸਮਝਿਆ ਜਾਂਦਾ ਸੀ, ਅੱਜ ਉਹਦੇ 'ਚ ਵੀ ਜਿਹੜਾ ਜ਼ਹਿਰ ਆ ਚੁੱਕਾ। ਉਹ ਸਾਡੇ ਹਵਾ ਪਾਣੀ ਮਿੱਟੀ 'ਚ ਇੰਨਾ ਜ਼ਹਿਰ ਜਿਹੜਾ ਇਸ ਖੇਤੀ ਮਾਡਲ ਕਰਕੇ ਘੁਲ ਚੁੱਕਾ। ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਿ ਹਰਾ ਇਨਕਲਾਬ ਨਹੀਂ, ਇਹ ਹਰਾ ਘੱਲੂਘਾਰਾ। ਇਸ ਖੇਤੀ ਮਾਡਲ ਦੀ ਥਾਂ ਤੇ ਕੁਦਰਤ ਤੇ ਕਿਸਾਨ ਪੱਖੀ ਇੱਕ ਹੰਢਣਸਾਰ ਖੇਤੀ ਮਾਡਲ ਜਿਹੜਾ ਹੈਗਾ ਉਹ ਲਿਆਉਣਾ ਚਾਹੀਦਾ, ਜਿੰਦੇ ਨਾਲ ਸਾਡੇ ਕੁਦਰਤੀ ਸਰੋਤ ਹਵਾ ਪਾਣੀ ਮਿੱਟੀ ਜਿਹੜਾ ਹੈਗਾ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੰਮਾ ਸਮਾਂ ਜਿਹੜਾ ਹੈਗਾ ਉਹ ਵਰਤ ਸਕਣ। ਤੋਂ ਉਹਦੇ 'ਚ ਜਿਹੜਾ ਤੁਸੀਂ ਕਹਿ ਰਹੇ ਵੀ ਖਰੀਦ ਕਣਕ ਝੋਨੇ ਦੀ ਬੰਦ ਕਰਦਾ, ਇਹ ਤਰੀਕਾ ਨਹੀਂ ਠੀਕ ਹੈ। ਸਰਕਾਰ ਬਦਲਵੀਆਂ ਫਸਲਾਂ ਬਜਾਵੇ। ਪੰਜਾਬ ਦੇ ਵਿੱਚ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਿੰਨਾ ਵਧੀਆ ਗੰਨਾ ਹੁੰਦਾ ਸੀਗਾ, ਔਰ ਤੁਸੀਂ ਦੇਖੋ ਕਿ ਮਾਲਵੇ ਦੀਆਂ ਸਾਰੀਆਂ ਸ਼ੂਗਰ ਮਿੱਲਾਂ, ਉਹ ਜੀਰੇ ਦੀ ਸਹਿਕਾਰੀ ਸ਼ੂਗਰ ਮਿੱਲ, ਫਰੀਦਕੋਟ ਦੀ, ਫਾਜ਼ਿਲਕਾ ਦੀ, ਜਗਰਾਉਂ ਦੀ, ਇਹ ਸਾਰੀ ਬੰਦ ਕਰਤੀ। ਇਹ ਧਰਤੀ ਮਾਲਵੇ ਦੀ ਗੰਨੇ ਨੂੰ ਬਹੁਤ ਵਧੀਆ ਮੰਨਦੀ ਸੀ, ਔਰ ਗੰਨੇ ਦੀ ਫਰੀਦਕੋਟ ਦੀ ਸ਼ੂਗਰ ਮਿਲ ਇੰਨੀ ਵਧੀਆ ਚੱਲਦੀ ਸੀ ਕਿ ਇਹਦੇ 'ਚ 1600 ਬੰਦਾ ਨੌਕਰੀ ਕਰਦਾ ਸੀ, 1600 ਪਰਿਵਾਰ ਨੂੰ ਤਾਂ ਰੁਜ਼ਗਾਰ ਮਿਲਿਆ ਹੋਇਆ ਸੀਗਾ। ਫਰੀਦਕੋਟ ਦੀ ਸ਼ੂਗਰ ਮਿੱਲ ਆਪਣੀ ਬਿਜਲੀ ਆਪ ਪੈਦਾ ਕਰਦੀ ਸੀ, ਔਰ ਵਾਧੂ ਬਿਜਲੀ ਮਹਿਕਮੇ ਨੂੰ ਵੇਚਦੀ ਸੀ। ਨੇੜਲੇ ਪਿੰਡਾਂ ਤੋਂ ਬਿਜਲੀ ਫਰੀਦਕੋਟ ਦੀ ਮਿਲ ਤੋਂ ਜਾਂਦੀ ਸੀ। ਸਰਕਾਰ ਨੇ ਸਹਿਕਾਰੀ ਸ਼ੂਗਰ ਮਿੱਲਾਂ ਜਾਣ ਬੁੱਝ ਕੇ ਬੰਦ ਕੀਤੀਆਂ, ਕਿਸਾਨਾਂ ਨੂੰ ਗੰਨੇ ਦੇ ਬਕਾਏ ਨਹੀਂ ਦਿੱਤੇ। ਤੁਸੀਂ ਦੇਖੋ ਕਿ 15 ਦਿਨ ਪਹਿਲਾਂ ਆ ਸਾਦਿਕ ਦੇ ਵਿੱਚ ਇੱਕ ਕਿਸਾਨ ਨੇ 3 ਕਿੱਲੇ ਕਮਾਦ ਨੂੰ ਜਿਹੜੀ ਆ ਉਹ ਅੱਗ ਲਾਈ ਹੈਗੀ ਆ। ਮਾਲਵੇ ਦਾ ਹਿੱਸਾ ਅੱਜ ਗੰਨਾ ਬੀਜਣਾ ਛੱਡ ਗਿਆ। ਕਿਉਂ ਗੰਨਾ ਬੀਜਣਾ ਛੱਡ ਗਿਆ? ਕਿਉਂਕਿ ਸਹਿਕਾਰੀ ਮਿੱਲਾਂ ਨਹੀਂ ਹੈਗੀਆਂ। ਸਰਕਾਰ ਜੇ ਖੇਤੀ ਵਿਭਿੰਨਤਾ ਦੀ ਗੱਲ ਕਰਦੀ ਆ, ਅਸੀਂ ਕਹਿੰਦੇ ਕਿ ਇਸ ਖੇਤੀ ਮਾਡਲ ਨੂੰ ਬਦਲ ਕੇ ਜਿਹੜੀ ਖੇਤੀ ਆ ਸਥਾਨਕ ਲੋੜਾਂ ਦੇ ਮੁਤਾਬਕ ਹੋਣੀ ਚਾਹੀਦੀ ਆ, ਸਾਡੇ ਵਾਤਾਵਰਣ ਦੇ ਮੁਤਾਬਕ ਹੋਣੀ ਚਾਹੀਦੀ ਆ, ਜਿਹੜੀ ਕੁਦਰਤ ਤੇ ਕਿਸਾਨ ਪੱਖੀ ਹੋਵੇ। ਬਦਲਵੀਆਂ ਫਸਲਾਂ ਬਜਾਉਣੀਆਂ ਚਾਹੀਦੀਆਂ। ਕਣਕ ਤੇ ਝੋਨਾ ਤਾਂ ਹੁਣ ਸਾਡੀ ਲੋੜ ਨਹੀਂ ਹੈ। ਤੁਸੀਂ ਚਿਰਾ ਪੂੰਜੀ ਦੀ ਫਸਲ ਜਿਹੜੀ ਹੈਗੀ ਆ ਇੱਥੇ ਬਜਾ ਛੱਡੀ ਆ। ਸਾਡੇ ਪਿੰਡਾਂ ਦੇ ਜਿਹੜੀਆਂ ਹਰੇਕ ਪਿੰਡ ਸੈਂਕੜੇ ਟਰਾਲੀਆਂ ਭਰ ਕੇ ਝੋਨੇ ਦੀਆਂ ਸਿੱਟਦਾ ਮੰਡੀ 'ਚ, ਤੇ ਪੂਰਾ ਪਿੰਡ ਇੱਕ ਟਰਾਲੀ ਚੌਲਾਂ ਦੀ ਸਾਰਾ ਸਾਲ ਨਹੀਂ ਖਾਂਦਾ ਹੋਣਾ। ਜਿਹੜਾ ਸਾਡਾ ਅਨਾਜ ਹੀ ਨਹੀਂਗਾ, ਉਹਦੇ ਵਾਸਤੇ ਹਵਾ ਪਾਣੀ ਮਿੱਟੀ ਖਤਮ ਕਿਉਂ ਕੀਤਾ ਗਿਆ? ਪਰ ਉਹਦਾ ਤਰੀਕਾ ਇਹ ਨਹੀਂ ਕਿ ਤੁਸੀਂ ਸਰਕਾਰੀ ਖਰੀਦ ਬੰਦ ਕਰ ਦਿਓ। ਅਸੀਂ ਕਹਿੰਦੇ ਆ ਕਿ ਜਿਹੜੀਆਂ ਵੀ ਫਸਲਾਂ ਬਜਾਓ ਉਹਦਾ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਜਿਹੜਾ ਭਾਅ ਮਿਲੇ, ਘੱਟੋ ਘੱਟ ਸਮਰਥਨ ਮੁੱਲ ਕਿਸਾਨ ਦਾ ਕਾਨੂੰਨੀ ਅਧਿਕਾਰ ਹੋਵੇ,
ਔਰ ਕਿਸਾਨ ਦੇ ਕਰਜ਼ਿਆਂ ਤੇ ਜਿਹੜੀ ਹੈਗੀ ਆ ਨਾਲ ਆ ਉਹ ਲੀਕ ਫਿਰਨੀ ਚਾਹੀਦੀ ਆ। ਔਰ ਇਹ ਹਰੇ ਇਨਕਲਾਬ ਦਾ ਖੇਤੀ ਮਾਡਲ ਜਿਹੜਾ ਬਦਲਣਾ ਚਾਹੀਦਾ। ਇਹ ਤਰੀਕਾ ਨਹੀਂ ਠੀਕ ਗਾ ਵੀ ਕਣਕ ਝੋਨਾ ਜਿਹੜਾ ਹੈਗਾ, ਜੇ ਕੁਝ ਲੋਕ ਕਹਿ ਰਹੇ ਆ ਵੀ ਇਹ ਨੁਕਸਾਨਦਾਇਕ ਹੈਗਾ ਤੇ ਸਰਕਾਰੀ ਖਰੀਦ ਜਿਹੜੀ ਹੈਗੀ ਆ ਉਹ ਬੰਦ ਕੀਤੀ ਜਾਵੇ। ਜੇ ਇਹਦੀ ਸਰਕਾਰੀ ਖਰੀਦ ਬੰਦ ਕਰ ਦੋਗੇ ਤੇ ਕਿਸਾਨ ਹੋਰ ਕੀ ਬੀਜਣ। ਮੈਂ ਮੱਕੀ ਦੀ ਉਦਾਹਰਨ ਦੇ ਕੇ ਹਟਿਆ ਕਿ ਮੱਕੀ ਕਿਸਾਨ 'ਚ ਪੰਜਾਬ 'ਚ ਇੰਨੇ ਵੱਡੀ ਪੱਧਰ ਤੇ ਕਿਸਾਨਾਂ ਨੇ ਮੱਕੀ ਬੀਜੀ ਆ, ਉਹਦਾ ਕੀ ਹਾਲ ਹੋ ਰਿਹਾ। ਜਿਹੜੇ ਕਿਸਾਨ ਹੋਰ ਤੇਲ ਵਾਲੀਆਂ ਫਸਲਾਂ ਬੀਜਦੇ ਉਹਦਾ ਕੀ ਹਾਲ ਹੋ ਰਿਹਾ। ਅੱਜ ਸੂਰਜਮੁਖੀ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਕਿੱਥੇ ਆ, ਬਾਜਰੇ ਦੀ ਕਿੱਥੇ ਆ, ਜਵਾਰ ਦੀ ਕਿੱਥੇ ਆ, ਕਿੱਥੇ ਆ। ਆਹ ਸਬਜ਼ੀਆਂ ਤੁਸੀਂ ਦੇਖੋ, ਪੰਜਾਬ ਦੀ ਕਿਸਾਨੀ ਨੇ ਜਿਹੜੀਆਂ ਸਬਜ਼ੀਆਂ ਬੀਜੀਆਂ ਲੋਕਡਾਊਨ ਦੇ ਦੌਰਾਨ, ਸਾਰੀ ਸਬਜ਼ੀ ਬਰਬਾਦ ਹੋਈ ਆ। ਸ਼ਿਮਲਾ ਮਿਰਚ 2.5 ਰੁਪਏ ਖੇਤਾਂ 'ਚੋਂ ਚੱਕੀ ਗਈ ਆ। ਕਿਸਾਨ ਦੀ ਸ਼ਿਮਲਾ ਮਿਰਚ ਤੜਾਈ ਦੀ ਲੇਬਰ ਵੀ ਜਿਹੜੀ ਹੈਗੀ ਉਹ ਨਹੀਂ ਮਿਲੀ। ਯਾਨੀ ਕਿ ਪੰਜਾਬ ਦਾ ਕਿਸਾਨ ਨਹੀਂ ਝੋਨਾ ਕਣਕ ਬੀਜਣਾ ਚਾਹੁੰਦਾ ਕਿ ਪੰਜਾਬ ਦਾ ਕਿਸਾਨ ਤਾਂ ਚਾਹੁੰਦਾ ਕਿ ਉਹਦਾ ਝੋਨੇ ਤੋਂ ਖੜਾ ਛੁੱਟ ਜੇ। ਆਹ ਤੁਸੀਂ ਪਿੱਛੇ ਦੇਖ ਲਓ, ਆਪਣੇ ਮੋਟਰ ਚੱਲਦੀ ਪਈ ਹੈਗੀ ਆ, ਇਹ ਸਾਰਾ ਦਿਨ ਪਾਣੀ ਧਰਤੀ 'ਚੋਂ ਜਿਹੜਾ ਹੈਗਾ ਨਿਕਲੀ ਜਾਂਦਾ। 83% ਧਰਤੀ ਦਾ ਪਾਣੀ ਅਸੀਂ ਕੱਢ ਲਿਆ। 600 ਫੁੱਟ ਤੱਕ ਅਸੀਂ ਡੂੰਘੇ ਬੋਰ ਜਿਹੜੇ ਹੈਗੇ ਆ ਉਹ ਲੈ ਗਏ ਆ। ਅਸੀਂ ਵੀ ਚਾਹੁੰਦੇ ਆ ਕਿ ਝੋਨਾ ਜਿਹੜਾ ਬੰਦ ਹੋਵੇ, ਪਰ ਇਹ ਤਰੀਕਾ ਜਿਹੜਾ ਸਰਕਾਰ ਦਾ ਠੀਕ ਨਹੀਂ। ਬਦਲਵੀਆਂ ਫਸਲਾਂ ਬਜਾਵੇ ਔਰ ਉਹਦਾ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਹੈਗਾ ਉਹ ਦਿੱਤਾ ਜਾਵੇ। ਇੱਕ ਪਿਛਲੇ ਦਿਨੀ ਜਦੋਂ ਆਪਣਾ ਜਿਹੜੇ ਕਿਸਾਨ ਸੜਕਾਂ ਤੇ ਉਤਰੇ ਨੇ, ਜਾਂ ਪਿਛਲੇ ਦਿਨੀ ਮਾਰਚ ਹੋਇਆ ਟਰੈਕਟਰਾਂ ਦੇ ਉੱਪਰ ਚੜ ਕੇ ਉਹਨਾਂ ਨੇ ਰੋਸ ਮਾਰਚ ਕੀਤਾ, ਧਰਨੇ ਕੀਤੇ ਨੇ, ਉਹਨਾਂ ਦੇ ਵਿੱਚ ਇੱਕ ਬਿਜਲੀ ਬਿੱਲ 2020 ਹੈ ਜਿਹੜਾ ਤੁਸੀਂ ਉਸ ਦਾ ਵੀ ਵਿਰੋਧ ਕਰ ਰਹੇ ਹੋ। ਇਹ ਬਿਜਲੀ ਬਿੱਲ 2020 ਕੀ ਹੈ ਤੇ ਇਹਦੇ ਲੋਕਾਂ ਤੇ ਕੀ ਪ੍ਰਭਾਵ ਪੈਣ ਵਾਲੇ ਹੈ? ਬਿਜਲੀ ਸੋਧ ਬਿੱਲ 2020 ਹੈ। ਇਹ ਬਿਜਲੀ ਬਿੱਲ 2003 ਦੇ ਵਿੱਚ ਜਿਹੜੀਆਂ ਕੁਝ ਸੋਧਾਂ ਇਹਨਾਂ ਨੇ ਪੇਸ਼ ਕੀਤੀਆਂ ਨੇ। 2003 ਦੇ ਵਿੱਚ ਜਦੋਂ ਬਿਜਲੀ ਮਹਿਕਮੇ ਦਾ ਇਹਨਾਂ ਨੇ ਜਿਹੜਾ ਪੈਦਾਵਾਰ ਦਾ ਖੇਤਰ ਸੀਗਾ, ਜਨਰੇਸ਼ਨ ਸੈਕਟਰ ਸੀਗਾ ਬਿਜਲੀ ਦਾ, ਉਹਨੂੰ ਇਹਨਾਂ ਨੇ ਉਹਦਾ ਨਿੱਜੀਕਰਨ ਕੀਤਾ। ਹੁਣ ਜਿਹੜਾ ਇਹ ਬਿਜਲੀ ਸੋਧ ਬਿੱਲ 2020 ਲੈ ਕੇ ਆਏ ਆ, ਇਹਦੇ 'ਚ ਇਹਨਾਂ ਨੇ ਇੱਕ ਇਲੈਕਟ੍ਰੀਕਲ ਕੰਟਰੈਕਟ ਇਨਫੋਰਸਮੈਂਟ ਅਥਾਰਟੀ ਬਣਾਉਣ ਦਾ ਜਿਹੜਾ ਸੈਂਟਰ ਗਵਰਨਮੈਂਟ ਨੇ ਫੈਸਲਾ ਕੀਤਾ। ਉਹਦਾ ਚੇਅਰਪਰਸਨ ਹਾਈ ਕੋਰਟ ਦਾ ਇੱਕ ਸਾਬਕਾ ਜੱਜ ਹੋਊਗਾ। ਬਿਜਲੀ ਪੈਦਾ ਕਰਨ ਬਾਰੇ, ਉਹਦੇ ਵੰਡਣ ਬਾਰੇ, ਵੇਚਣ ਬਾਰੇ, ਉਹਦੇ ਰੇਟ ਤੈਅ ਕਰਨ ਬਾਰੇ ਸਾਰੇ ਅਧਿਕਾਰ ਉਹਦੇ ਕੋਲੇ ਹੋਣਗੇ। ਔਰ ਉਹਨੂੰ ਕਿਸੇ ਨੂੰ ਗ੍ਰਿਫਤਾਰ ਕਰਨ ਦਾ, ਕਿਸੇ ਦੀ ਕੰਪਨੀ ਦੀ, ਵਿਅਕਤੀ ਦੀ ਜ਼ਮੀਨ ਜਾਇਦਾਦ ਕੁਰਕ ਕਰਨ ਦਾ ਅਧਿਕਾਰ ਹੋਊਗਾ। ਔਰ ਉਹਦੇ ਕੋਲੇ ਜਿਹੜੇ ਅਧਿਕਾਰ ਨੇ ਉਹ ਸਿਵਲ ਕੋਰਟਸ ਦੇ ਜਿਹੜੇ ਆ ਬਰਾਬਰ ਹੋਣਗੇ। ਔਰ ਇਹਦੀ ਜਿਹੜੀ ਸਭ ਤੋਂ ਖਤਰਨਾਕ ਗੱਲ ਆ ਕਿ ਜਿਹੜੀ ਮੋਦੀ ਸਰਕਾਰ ਲਗਾਤਾਰ ਕੇਂਦਰੀਕਰਨ ਕਰ ਰਹੀ ਹੈ ਸਭ ਕੁਝ ਦਾ, ਸੂਬਿਆਂ ਦੇ ਅਧਿਕਾਰ ਜਿਹੜੇ ਖੋ ਰਹੀ ਆ। ਪੰਜਾਬ ਤੋਂ ਪਹਿਲਾਂ ਹੀ ਪੰਜਾਬ ਦੇ ਪਾਣੀ ਖੋਹ ਲਏ ਗਏ ਹੈਗੇ, ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਆ ਉਹ ਕੀਤੀ ਜਾ ਰਹੀ ਹੈਗੀ ਆ। ਹੁਣ ਜਿਹੜਾ ਬਿਜਲੀ ਦਾ ਅਧਿਕਾਰ ਵੀ ਜਿਹੜਾ ਹੈਗਾ ਉਹ ਖੋਹ ਲਿਆ। ਜਿਹੜੀ 3 ਸੂਚੀਆਂ ਨੇ ਕਾਨੂੰਨ ਬਣਾਉਣ ਬਾਰੇ, ਇੱਕ ਅਧਿਕਾਰ ਹੈਗੇ ਆ ਸੂਬਿਆਂ ਦੇ ਕਿਸੇ ਕਾਨੂੰਨ ਬਣਾਉਣ ਬਾਰੇ, ਇੱਕ ਸੂਚੀ ਹੈਗੀ ਜਿਹਦੇ ਸਿਰਫ ਕੇਂਦਰ ਨੂੰ ਅਧਿਕਾਰ ਆ, ਇੱਕ ਜਿਹੜੀ ਸਮਵਰਤੀ ਸੂਚੀ ਆ ਭਾਰਤੀ ਸੰਵਿਧਾਨ ਦੇ ਵਿੱਚ, ਜਿੰਦੇ 'ਚ ਕੇਂਦਰ ਤੇ ਸੂਬਿਆਂ ਨੂੰ ਬਰਾਬਰ ਦੇ ਅਧਿਕਾਰ ਆ। ਜਿਹੜਾ ਬਿਜਲੀ ਦਾ ਖੇਤਰ ਆ ਉਹ ਸਮਵਰਤੀ ਸੂਚੀ ਦੇ ਵਿੱਚ ਆਉਂਦਾ। ਵੈਸੇ ਖੇਤੀ ਦਾ ਜਿਹੜਾ ਖੇਤਰ ਆ ਉਹ ਵੀ ਸਮਵਰਤੀ ਸੂਚੀ 'ਚ ਆਉਂਦਾ। ਖੇਤੀ 'ਚ ਵੀ ਜਿਹੜਾ ਕੇਂਦਰ ਸਰਕਾਰ ਦਾ ਹੀ ਸਭ ਕੁਝ ਚੱਲਦਾ। ਤੋਂ ਬਿਜਲੀ ਖੇਤਰ ਦੇ ਵਿੱਚ ਜਿਹੜੀਆਂ ਸੂਬਿਆਂ ਦੇ ਰੈਗੂਲੇਟਰੀ ਅਥਾਰਟੀ ਸੀਗੀਆਂ, ਕਿ ਹੁਣ ਉਹ ਰੈਗੂਲੇਟਰੀ ਅਥਾਰਟੀ ਦੇ ਜਿਹੜੇ ਮੈਂਬਰ ਆ ਉਹ ਸੈਂਟਰ ਦੀ ਜਿਹੜੀ ਹੈਗੀ ਆ ਇਲੈਕਟ੍ਰੀਕਲ ਕੰਟਰੈਕਟ ਇਨਫੋਰਸਮੈਂਟ ਅਥਾਰਟੀ ਉਹ ਤੈਅ ਕਰੂਗੀ। ਇਹਦਾ ਸਿੱਧਾ ਮਕਸਦ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣਾ। ਕਿ ਮੰਨ ਲਓ ਕਿਸੇ ਸੂਬਾ ਤੇ ਕੇਂਦਰ ਸਰਕਾਰ ਦੇ ਵਿੱਚ ਨਹੀਂ ਬਣਦੀ ਜੀ, ਔਰ ਕੋਈ ਬਿਜਲੀ ਕੰਪਨੀ ਬਿਜਲੀ ਦੇ ਰੇਟ ਵਧਾਉਣਾ ਚਾਹੁੰਦੀ ਜਾਂ ਆਪਣੀ ਮਰਜ਼ੀ ਦੀ ਕੋਈ ਨੀਤੀ ਲੈ ਕੇ ਆਉਣਾ ਚਾਹੁੰਦੀ ਆ, ਤਾਂ ਉਹਨੂੰ ਇੱਕ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਸੀ ਕਿ ਇੱਕ ਸੂਬੇ ਦਾ ਰੈਗੂਲੇਟਰੀ ਅਥਾਰਟੀ, ਇੱਕ ਸੈਂਟਰ ਦੀ ਰੈਗੂਲੇਟਰੀ ਅਥਾਰਟੀ ਆ, ਉਹਨੂੰ ਆਪਣੀ ਗੱਲ ਮਨਾਉਣ ਵਾਸਤੇ ਕਿ ਜੇ ਦੋ ਇੱਕ ਦੂਜੇ ਦੇ ਉਲਟ ਖੜੀਆਂ ਸਰਕਾਰਾਂ ਨੇ ਤਾਂ ਉਹਦੇ ਵਾਸਤੇ ਜਿਹੜੀ ਦਿੱਕਤ ਸੀ ਉਹ ਆਉਂਦੀ ਸੀਗੀ। ਤੇ ਹੁਣ ਇਹ ਸੋਧ ਬਿੱਲ ਦੇ ਰਾਹੀਂ ਸਾਰੀ ਪਾਵਰਸ ਜਿਹੜੀਆਂ ਨੇ ਉਹ ਸੈਂਟਰ ਉਸ ਨੂੰ ਦੇ ਦਿੱਤੀ ਗਈ ਆ। ਔਰ ਹੁਣ ਉਹ ਕਾਰਪੋਰੇਟ ਦੀ ਮਨਮਰਜ਼ੀ ਦੇ ਜਦੋਂ ਚਾਹਣ ਜਿਹੜਾ ਮਰਜ਼ੀ ਫੈਸਲਾ ਹੈਗਾ ਉਹ ਕਰਵਾ ਸਕਦੇ ਹੈਗੇ ਆ। ਔਰ ਇਹਦੇ 'ਚ ਜਿਹੜੀ ਉਹਨਾਂ ਨੇ ਇਹ ਕਿਹਾ ਕਿ 80,000 ਕਰੋੜ ਰੁਪਈਆ ਸੂਬਾ ਸਰਕਾਰਾਂ ਦਾ ਬਿਜਲੀ ਸਬਸਿਡੀ ਤੇ ਜਿਹੜਾ ਹੈਗਾ ਉਹ ਲੱਗ ਰਿਹਾ ਸੂਬਿਆਂ ਦੇ ਵਿਕਾਸ ਦੇ ਵਿੱਚ ਅੜਿੱਕਾ। ਪਹਿਲੀ ਤਾਂ ਗੱਲ ਸਰਕਾਰ ਦੀ ਜਿਹੜੀ ਲੋਕ ਵਿਰੋਧੀ ਮਨਸ਼ਾ ਇੱਥੋਂ ਦਿਖਦੀ ਆ ਕਿ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ, ਕਿਸਾਨਾਂ ਮਜ਼ਦੂਰਾਂ ਨੂੰ, ਉਹ ਉਹਨਾਂ ਨੂੰ ਵਿਕਾਸ ਦੇ ਵਿੱਚ ਅੜਿੱਕਾ ਲੱਗਦਾ। ਔਰ ਉਹ ਕਹਿੰਦੇ ਕਿ ਅਸੀਂ ਮੋਟਰਾਂ ਦੇ ਉੱਪਰ ਪਹਿਲਾਂ ਮੀਟਰ ਲਾਉਣੇ ਆ, ਪਤਾ ਹੀ ਲੱਗਦਾ ਕਿੰਨੀ ਬਿਜਲੀ ਜਿਹੜੀ ਹੈਗੀ ਆ ਫੂਕੀ ਜਾ ਰਹੀ ਆ, ਔਰ ਇਹਨਾਂ ਦੇ ਜਿਹੜੇ ਬਿੱਲ ਆ ਉਹ ਵਧਾਉਣੇ ਆ। ਤੁਸੀਂ ਇਹ ਦੇਖੋਗੇ ਸਾਡੇ ਘਰਾਂ 'ਚ ਪਾਣੀ ਵਾਸਤੇ ਇੱਕ ਜਾਂ 1.5 ਹਾਰਸ ਪਾਵਰ ਦੀ ਮੋਟਰ ਲੱਗੀ ਹੁੰਦੀ ਹੈ, ਔਰ ਉਹ ਮੀਟਰ ਦੇ ਮਤਲਬ ਐ ਗੇੜੇ ਕਢਾ ਦਿੰਦੀ ਆ ਜਦੋਂ ਉਹ ਮੋਟਰ ਚੱਲਦੀ ਹੈਗੀ ਆ। ਸਾਡੇ ਖੇਤਾਂ 'ਚ 10 ਤੋਂ ਲੈ ਕੇ 20 ਹਾਰਸ ਪਾਵਰ ਦੀਆਂ ਮੋਟਰਾਂ ਲੱਗੀਆਂ, ਔਰ ਅਸੀਂ ਪਰ ਯੂਨਿਟ ਦੇ ਹਿਸਾਬ ਨਾਲ ਇਹਨਾਂ ਦੇ ਬਿੱਲ ਤਾਰ ਹੀ ਨਹੀਂ ਸਕਦੇ।
ਇਹਦਾ ਵੀ ਮਕਸਦ ਛੋਟੀ ਕਿਸਾਨੀ ਨੂੰ ਖੇਤੀ ਤੋਂ ਬਾਹਰ ਕਰਨਾ ਹੀ ਹੈਗਾ ਕਿ ਨਾ ਉਹ ਬਿਜਲੀ ਦੇ ਬਿੱਲ ਤਾਰ ਸਕਣ। ਔਰ ਇਹਦੇ 'ਚ ਹੁਣ ਤਾਂ ਜਿਹੜੀ ਪੁਲਿਸ ਨੂੰ ਵੱਧ ਅਧਿਕਾਰ ਦਿੱਤੇ ਗਏ ਆ ਕਿ ਕਨੈਕਸ਼ਨ ਜਦੋਂ ਕੱਟਿਆ ਗਿਆ ਬਹੁਤ ਭਾਰੀ ਜੁਰਮਾਨੇ ਆ, ਦੁਬਾਰਾ ਕਨੈਕਸ਼ਨ ਜਿਹੜਾ ਹੈਗਾ ਉਹਨੂੰ ਰਿਜ਼ਿਊਮ ਕਰਵਾਉਣਾ, ਉਹਨੂੰ ਮੁੜ ਬਹਾਲ ਕਰਵਾਉਣਾ ਜਿਹੜਾ ਬਹੁਤ ਉਹ ਮੁਸ਼ਕਲ ਹੋ ਗਿਆ। ਔਰ ਇਹਦੇ 'ਚ ਜਿਹੜੀ ਬਿਜਲੀ ਆ ਉਹ ਹੋਰ ਮਹਿੰਗੀ ਹੋਣੀ ਹੈ ਕਿਉਂਕਿ ਜਿਹੜੀਆਂ ਅਲੱਗ-ਅਲੱਗ ਸਲੈਬ ਸੀਗੀਆਂ ਬਿਜਲੀ ਦੇ ਰੇਟ ਦੀਆਂ, ਉਹ ਸਾਰੀਆਂ ਸਲੈਬ ਖਤਮ ਕਰਕੇ ਕਿ ਪਹਿਲਾ ਯੂਨਿਟ ਪੰਜਾਬ 'ਚ ਤੁਸੀਂ 200 ਯੂਨਿਟ ਦੇਖ ਲਓ, ਘਰਾਂ ਦੀ ਬਿਜਲੀ ਦੀ ਖਪਤ ਦਾ 6 ਰੁਪਏ ਤੇ ਕੁਝ ਪੈਸੇ ਪੈਂਦਾ ਸੀ। ਜਿਹੜਾ ਜਿਵੇਂ ਬਿਜਲੀ ਦੇ ਯੂਨਿਟ ਵੱਧਦੇ ਜਾਂਦੇ ਸੀ ਉਵੇਂ ਬਿਜਲੀ ਦਾ ਰੇਟ ਜਿਹੜਾ ਸੀ ਮਹਿੰਗਾ ਹੁੰਦਾ ਜਾਂਦਾ ਸੀ। ਜਿਹੜਾ ਸਭ ਤੋਂ ਮਹਿੰਗਾ ਰੇਟ ਆ ਉਹ ਹੁਣ ਪਹਿਲੀ ਯੂਨਿਟ ਤੋਂ ਜਿਹੜਾ ਹੈਗਾ ਉਹ ਲੱਗਿਆ ਕਰੂਗਾ। ਔਰ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਤਾਂ ਲੱਗਣੇ ਹੀ ਲੱਗਣੇ ਆ। ਜਿਹੜੇ ਪਿੰਡਾਂ 'ਚ ਦਲਿਤ ਜਿਨ੍ਹਾਂ ਨੂੰ 200 ਯੂਨਿਟ ਦੀ ਮਾਫੀ ਸੀ ਉਹ ਵੀ ਖਤਮ ਹੋਣੀ ਆ ਤੇ ਆਮ ਖਪਤਕਾਰ ਦੀ ਬਿਜਲੀ ਵੀ ਜਿਹੜੀ ਹੈਗੀ ਆ ਉਹ ਮਹਿੰਗੀ ਹੋਣੀ ਆ। ਇਸ 'ਚ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਮੋਦੀ ਸਰਕਾਰ ਇਸ ਬਿੱਲ ਰਾਹੀਂ ਕਹਿ ਰਹੀ ਕਿ ਕਿਸਾਨ ਬਿਜਲੀ ਦਾ ਬਿੱਲ ਭਰਨਗੇ ਔਰ ਉਹ ਸਬਸਿਡੀ ਉਹਨਾਂ ਦੇ ਖਾਤਿਆਂ 'ਚ ਸਿੱਧੀ ਪਾ ਦਿੱਤੀ ਜਾਊ। ਯਾਨੀ ਕਿ ਪੰਜਾਬ ਦੇ ਵਿੱਚ 15 ਲੱਖ ਮੋਟਰਾਂ ਨੇ ਖੇਤੀ ਦੀਆਂ, ਤੁਸੀਂ 15 ਲੱਖ ਖਾਤਿਆਂ 'ਚ ਸਬਸਿਡੀ ਪਾਉਣ ਦੀ ਬਜਾਏ ਜਿਹੜੀ ਕੰਪਨੀ ਕਿਸਾਨਾਂ ਨੂੰ ਬਿਜਲੀ ਦੇ ਰਹੀ ਆ ਇੱਕ ਖਾਤੇ 'ਚ ਪੈਸੇ ਕਿਉਂ ਨਹੀਂ ਪਾਉਂਦੇ? ਤੁਸੀਂ ਇੱਕੋ ਥਾਂ ਤੇ ਸਬਸਿਡੀ ਕਿਉਂ ਨਹੀਂ ਦਿੰਦੇਗੇ? ਕਿ ਇੰਨਾ ਗੁੰਝਲਦਾਰ ਕੰਮ ਕਿਉਂ ਕਰਦੇ ਹੋ ਤੁਸੀਂ? ਅਸਲ ਦੇ ਵਿੱਚ ਮਕਸਦ ਕੀ ਆ ਕਿ ਕਿਸਾਨਾਂ ਨੂੰ ਆਦਤ ਪਾਉਣੀ ਕਿ ਉਹ ਕਿਸੇ ਤਰੀਕੇ ਨਾਲ ਮੋਟਰਾਂ ਦੇ ਬਿੱਲ ਤਾਰਨ ਲੱਗਣ, ਉਸ ਤੋਂ ਬਾਅਦ ਕਿਹੜੀ ਸਬਸਿਡੀ ਤੇ ਕਿਹੜੇ ਬਿੱਲ ਕਿਸਾਨੀ ਨੂੰ ਸਿਰਫ ਜਿਹੜਾ ਹੈਗਾ ਉਜਾੜਨ ਦਾ ਹੀ ਇਹ ਜਿਹੜਾ ਹੈਗਾ ਉਹ ਤਰੀਕਾ ਹੈ। ਜਿੰਦਰ ਜੀ, ਖੇਤੀ ਆਰਡੀਨੈਂਸਾਂ ਬਾਰੇ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਜਿਵੇਂ ਸਰਕਾਰ ਨੇ ਜਿਹੜਾ ਟੈਕਸ ਆ ਉਹ ਖਤਮ ਕਰਤਾ, ਜਿਹੜੀਆਂ ਪ੍ਰਾਈਵੇਟ ਕੰਪਨੀ ਆਉਣਗੀਆਂ ਜਾਂ ਵਪਾਰੀ ਆਉਣਗੇ ਜਦੋਂ ਖਰੀਦ ਕਰਨਗੇ ਤਾਂ ਉਹ ਟੈਕਸ ਜਿਹੜਾ ਸਰਕਾਰੀ ਮੰਡੀਕਰਨ ਖਤਮ ਕਰਕੇ ਉਹ ਬੰਦ ਕਰਤਾ, ਤਾਂ ਇਹਦਾ ਤੁਸੀਂ ਪੰਜਾਬ ਦੀ ਅਰਥ ਵਿਵਸਥਾ ਤੇ ਕੀ ਪ੍ਰਭਾਵ ਪੈਣ ਜਾ ਰਹੇ ਆ? ਦੇਖੋ, ਪਹਿਲਾਂ ਇਹਨਾਂ ਨੇ GST ਲਿਆਂਦਾ, ਸੂਬਿਆਂ ਜਿਹੜਾ ਸਾਰਾ ਟੈਕਸ ਸੀਗਾ ਉਹ ਸੈਂਟਰ ਜਿਹੜਾ ਸੀ ਉਹ ਕਲੈਕਟ ਕਰਕੇ ਲੈ ਗਿਆ। ਹੁਣ ਇਹਦੇ 'ਚ ਤੁਸੀਂ ਦੇਖੋ ਕਿ ਸੂਬਾ ਸਰਕਾਰ ਦਾ ਟੈਕਸ ਹੀ ਨਹੀਂ, ਸੂਬਾ ਸਰਕਾਰ ਦਾ ਕੋਈ ਕਾਨੂੰਨ ਇਹਨਾਂ ਤੇ ਲਾਗੂ ਨਹੀਂ ਹੋਣਾ। ਹੁਣ ਜਿਹੜੇ ਮੈਂ 8.5% ਦੀ ਟੈਕਸ ਦੀ ਗੱਲ ਕੀਤੀ ਹੈ ਉਹਦੇ 'ਚੋਂ ਜਿਹੜੀ ਮਾਰਕੀਟ ਕਮੇਟੀ ਦੀ ਫੀਸ ਆ, ਮਾਰਕੀਟ ਕਮੇਟੀਆਂ ਉਹਦੇ 'ਚ ਬਹੁਤ ਸਾਰੇ ਲੋਕ ਨੌਕਰੀਆਂ ਕਰਦੇ ਆ ਮੰਡੀ ਬੋਰਡ ਦੇ ਵਿੱਚ, ਜੇ ਉਹ ਖਤਮ ਹੋਣਾ ਕਿੰਨੇ ਲੋਕ ਜਿਹੜੇ ਹੈਗੇ ਆ ਬੇਰੁਜ਼ਗਾਰ ਹੋਣੇ। ਇਸੇ ਤਰ੍ਹਾਂ ਹੁਣ ਜਿਹੜਾ 3% ਜਿਹੜਾ ਦਿਹਾਤੀ ਵਿਕਾਸ ਫੰਡ ਸੀਗਾ ਉਹ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡ ਸੀਗੀਆਂ ਇਹਨਾਂ ਨੂੰ ਬਣਾਉਣ ਵਾਸਤੇ ਸੀਗਾ ਔਰ ਜਿਹੜੇ ਮੰਡੀਆਂ ਦੇ ਫੜ ਸੀਗਾ ਉਹ ਪੱਕੇ ਕਰਨ ਵਾਸਤੇ ਸੀਗੇ। ਹੁਣ ਪੰਜਾਬ 'ਚ ਮੰਡੀਆਂ ਦਾ ਇੰਨਾ ਜਾਲ ਆ ਕਿ ਕਿਸੇ ਵੀ ਕਿਸਾਨ ਨੂੰ 5 ਤੋਂ 7 ਕਿਲੋਮੀਟਰ ਤੋਂ ਵੱਧ ਦੂਰ ਨਹੀਂ ਜਾਣਾ ਪੈਂਦਾ ਆਪਣੀ ਫਸਲ ਜਿਹੜੀ ਹੈਗੀ ਆ ਉਹ ਵੇਚਣ ਵਾਸਤੇ। ਹੁਣ ਇਹ ਸਾਲ ਦੇ ਇੱਕ ਅੰਦਾਜ਼ੇ ਮੁਤਾਬਕ ਕਿ ਜਿਹੜੀ ਦਿਹਾਤੀ ਵਿਕਾਸ ਫੰਡ ਹੈ ਇਹਦੇ ਤੋਂ ਹੀ ਪੰਜਾਬ ਸਰਕਾਰ ਨੂੰ 4800 ਕਰੋੜ ਰੁਪਇਆ ਜਿਹੜਾ ਸੀਗਾ ਉਹ ਇਕੱਠਾ ਹੋਣਾ ਸੀ, ਪਰ ਉਹ ਪ੍ਰਾਈਵੇਟ ਮੰਡੀਆਂ 'ਚ ਨਹੀਂ ਲੱਗਣਾਗਾ। ਉਹ ਸਰਕਾਰ ਦੇ ਜਿਹੜੇ ਆਮਦਨ ਦੇ ਸਰੋਤ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਖਤਮ ਹੋ ਜਾਣੇ ਆ। ਇਸੇ ਤਰ੍ਹਾਂ ਹੋਰ ਜਿਵੇਂ ਬਿਜਲੀ ਦੀ ਸਬਸਿਡੀ ਵੀ ਇਹ ਖਤਮ ਕਰ ਰਹੇ ਹੈਗੇ ਆ, ਸਾਰਾ ਕੁਝ ਸੈਂਟਰ ਆਪਣੇ ਹੱਥ 'ਚ ਲੈ ਰਿਹਾ ਔਰ ਇਹ ਕਹਿ ਦਿੱਤਾ ਜਾਵੇ ਸਬਸਿਡੀ ਜੇ ਕੋਈ ਦੇਣਾ ਚਾਹੂਗਾ ਤਾਂ ਸੂਬਾ ਸਰਕਾਰਾਂ ਸਬਸਿਡੀ ਦੇ ਦਿੰਦੀਆਂ ਤੇ ਸੂਬਾ ਸਰਕਾਰਾਂ ਕੋਲੇ ਪਹਿਲਾਂ ਹੀ ਆਮਦਨ ਦੇ ਜਿਹੜੇ ਸਾਧਨ ਹੈਗੇ ਆ ਉਹ ਨਹੀਂ ਰਹਿਣ ਦਿੱਤੇ ਗਏ। ਯਾਨੀ ਕਿ ਜਿਹੜੀ ਕੇਂਦਰੀਕਰਨ ਦੀ ਪੂਰੀ ਤਰ੍ਹਾਂ ਨੀਤੀ ਲਾਗੂ ਹੋ ਰਹੀ ਆ। ਟੈਕਸ ਵੀ ਜਿਹੜੇ ਹੈਗੇ ਆ, ਜਿਹੜੇ ਮਤਲਬ ਆਮਦਨ ਦੇ ਸਰੋਤ ਵੀ ਹੈਗੇ ਆ, ਉਹ ਵੀ ਸੂਬਾ ਸਰਕਾਰਾਂ ਜਿਹੜੇ ਹੈਗੇ ਆ ਨਿਚੋੜੇ ਜਾ ਰਹੇ ਆ। ਔਰ ਇਹਨਾਂ ਆਰਡੀਨੈਂਸਾਂ ਦਾ ਬਿਜਲੀ ਬਿੱਲ ਦਾ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਜਾਂ ਸੂਬਾ ਜਿਹੜੀਆਂ ਸਰਕਾਰਾਂ ਨੇ ਸੂਬਿਆਂ ਨੂੰ ਆਰਥਿਕ ਤੌਰ ਤੇ ਜਿਹੜਾ ਵੱਡਾ ਨੁਕਸਾਨ ਹੈਗਾ ਉਹ ਹੋਊਗਾ। ਜਿਵੇਂ ਕੇਂਦਰੀਕਰਨ ਦੀ ਗੱਲ ਕਰ ਰਹੇ ਹਾਂ ਆਪਾਂ ਨਾ, ਵੀ ਕੇਂਦਰੀਕਰਨ ਲਗਾਤਾਰ ਕੀਤਾ ਜਾ ਰਿਹਾ ਹੈ, ਜਿਹੜੀਆਂ ਸੂਬਾ ਸਰਕਾਰਾਂ ਤੋਂ ਲਗਾਤਾਰ ਅਧਿਕਾਰ ਖੋਏ ਜਾ ਰਹੇ ਆ। ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਇਹ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਕਨਫਲਿਕਟ ਪੈਦਾ ਹੋ ਸਕਦੀ ਹੈ? ਦੇਖੋ, ਇਹ ਮਾਮਲਾ ਤਾਂ ਹੈ ਹੀ ਕਿ ਕੇਂਦਰ ਤੇ ਜਿਹੜੇ ਰਾਜਾਂ ਦੇ ਜਿਹੜੇ ਹਿੱਤ ਆ ਉਹ ਟਕਰਾਉਂਦੇ ਆ, ਪਰ ਜਿਹੜੀਆਂ ਇਸ ਮੁਲਕ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, ਹਾਕਮਜਮਾਤ ਪਾਰਟੀਆਂ ਨੇ, ਪਾਰਲੀਮੈਂਟਰੀ ਪਾਰਟੀਆਂ ਨੇ, ਉਹ ਇਸ ਮਾਮਲੇ ਤੇ ਕੋਈ ਬਾਹਲਾ ਸਟੈਂਡ ਲੈਂਦੀਆਂ ਦਿਖਦੀਆਂ ਨਜ਼ਰ ਆਉਂਦੀਆਂ ਨਹੀਂ ਨੇ। ਤੁਸੀਂ ਇਹ ਦੇਖੋ, ਆਪਣੇ ਸਾਹਮਣੇ ਕਸ਼ਮੀਰ ਦੀ ਉਦਾਹਰਨ ਹੈ ਕਿ ਕਸ਼ਮੀਰ ਬਾਰੇ ਦਿੱਲੀ ਦਾ ਜਿਹੜਾ ਆਪਣਾ ਮੁੱਖ ਮੰਤਰੀ ਆ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ, ਉਹ ਇਹ ਕਹਿੰਦਾ ਸੀ ਕਿ ਸੂਬਿਆਂ ਨੂੰ ਜਿਹੜਾ ਮਤਲਬ ਦਿੱਲੀ ਜਿਹੜਾ ਕੇਂਦਰੀ ਸ਼ਾਸਿਤ ਪ੍ਰਦੇਸ਼ ਆ ਇਹਨੂੰ ਸੂਬੇ ਦਾ ਅਧਿਕਾਰ ਹੋਣਾ ਚਾਹੀਦਾ, ਇਹਨੂੰ ਸੂਬੇ ਦਾ ਦਰਜਾ ਮਿਲਣਾ ਚਾਹੀਦਾ, ਯਾਨੀ ਕਿ ਇਹਨੂੰ ਪੂਰਨ ਰਾਜ ਦਾ ਦਰਜਾ ਮਿਲਣਾ ਚਾਹੀਦਾ। ਔਰ ਦੂਜੇ ਪਾਸੇ ਜਦੋਂ ਕਸ਼ਮੀਰ ਆ ਜਿਹਨੂੰ ਪੂਰਨ ਰਾਜ ਦਾ ਦਰਜਾ 370 ਦੇ ਤਹਿਤ ਜਿਹੜਾ ਵਿਸ਼ੇਸ਼ ਅਧਿਕਾਰ ਆ ਉਹਨੂੰ ਜਦੋਂ ਖਤਮ ਕੀਤਾ ਜਾਂਦਾ, ਪਾਰਲੀਮੈਂਟ 'ਚ ਉਹਨੂੰ ਖਤਮ ਕਰਨ ਦੀ ਗੱਲ ਲਿਆਂਦੀ ਜਾਂਦੀ ਆ,
ਤਾਂ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਸਾਰੀ ਆਰਐਸਐਸ ਤੇ ਮੋਦੀ ਦੀ ਜੋ ਕਸ਼ਮੀਰ ਬਾਰੇ ਪਹੁੰਚ ਉੱਤੇ ਮੋਹਰ ਲਾਉਂਦੇ ਆ ਔਰ ਕਸ਼ਮੀਰੀ ਲੋਕਾਂ ਦੇ ਖਿਲਾਫ ਖੜਦੇ ਆ ਔਰ ਕਸ਼ਮੀਰ ਦੇ ਖਿਲਾਫ ਖੜਦੇ ਆ। ਇਸੇ ਤਰ੍ਹਾਂ ਅਕਾਲੀ ਦਲ ਉਹ ਸੂਬਿਆਂ ਦੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਰਿਹਾ। ਅੱਜ ਜਦੋਂ ਮੰਡੀਆਂ 'ਚ ਸੂਬਿਆਂ ਦੇ ਟੈਕਸ ਖਤਮ ਕੀਤੇ ਜਾ ਰਹੇ ਆ ਉਸ ਆਰਡੀਨੈਂਸ ਦੀ ਹਮਾਇਤ ਕਰ ਰਿਹਾ, ਕਹਿ ਰਿਹਾ ਕਿ ਆਰਡੀਨੈਂਸ 'ਚ ਕੁਝ ਗਲਤ ਹੀ ਨਹੀਂ ਹੈਗਾ। ਜਦੋਂ ਕਸ਼ਮੀਰ ਤੋਂ ਰਾਜ ਦਾ ਦਰਜਾ ਖੋਇਆ ਗਿਆ ਉੱਥੇ ਕਹਿੰਦਾ ਕੁਝ ਨਹੀਂ ਗਲਤ ਹੋਇਆ। ਲਗਭਗ ਪਾਰਟੀਆਂ ਨੇ ਜਿਹੜੀ ਉਦੋਂ ਹੈਗੀ ਆ ਉਹ ਹਮਾਇਤ ਕੀਤੀ ਆ। ਇਸੇ ਤਰ੍ਹਾਂ ਅਮਿਤ ਸ਼ਾਹ ਇਹ ਬਿੱਲ ਕਾਨੂੰਨ ਲੈ ਕੇ ਆਏ ਵੀ ਕਿਸੇ ਨੂੰ ਵੀ ਅੱਤਵਾਦੀ ਗਰਦਾਨਿਆ ਜਾ ਸਕਦਾ। ਯੂਏਪੀਏ ਦੇ ਵਿੱਚ ਸੋਧ ਲੈ ਕੇ ਆਏ ਆ। ਹੁਣ ਪੰਜਾਬ 'ਚ ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਉਹਨਾਂ ਦੇ ਯੂਏਪੀਏ ਜਿਹੜਾ ਨਜਾਇਜ਼ ਹੈਗਾ ਉਹ ਠੋਸਿਆ ਜਾ ਰਿਹਾ। ਪੂਰੇ ਦੇਸ਼ 'ਚ ਉਹਦੀ ਜਿਹੜੀ ਯੂਏਪੀਏ ਦੀ ਜਿਹੜੀ ਹੈਗੀ ਆ ਉਹ ਦੁਰਵਰਤੋਂ ਕੀਤੀ ਜਾ ਰਹੀ ਹੈਗੀ ਆ। ਤਾਂ ਉਹ ਸਾਰੇ ਮਾਮਲੇ ਤੇ ਉਹ ਲੋਕ ਸਭਾ 'ਚ ਵੀ ਪਾਸ ਹੋਇਆ, ਰਾਜ ਸਭਾ ਦੇ ਵਿੱਚ ਵੀ ਪਾਸ ਹੋਇਆ। ਯਾਨੀ ਕਿ ਇਹ ਜਿਹੜੀਆਂ ਪਾਰਟੀਆਂ ਨੇ ਇਹ ਲਗਭਗ ਇਹਨਾਂ ਦੀ ਜਿਹੜੀ ਸਮਝ ਆ ਉਹ ਮਿਲਦੀ ਜੁਲਦੀ ਆ। ਇਸ ਕਰਕੇ ਇਹਨਾਂ 'ਚੋਂ ਜਿਹੜੀ ਸੂਬਿਆਂ ਦੀ ਖੁਦ ਮੁਖਤਿਆਰੀ ਦੀ ਗੱਲਾਂ ਕਰਨ ਵਾਲੀਆਂ ਪਾਰਟੀਆਂ ਸੀ, ਅੱਜ ਉਹ ਵੀ ਮੋਦੀ ਦੀ ਜਿਹੜੀ ਕੇਂਦਰੀਕਰਨ ਦੀ ਨੀਤੀ ਹੈਗੀ ਆ, ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਆ, ਉਹਦੀ ਹਾਂ 'ਚ ਹਾਂ ਜਿਹੜੀ ਨੇ ਉਹ ਮਿਲਾ ਰਹੀਆਂ ਨੇ। ਰਜਿੰਦਰ ਜੀ, ਆਰਡੀਨੈਂਸ ਦਾ ਜਿਹੜਾ ਵਿਰੋਧ ਕਰ ਰਹੇ ਹੋ ਤੁਸੀਂ ਤੇ ਇੱਕ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਤੋਂ ਬਿਨਾਂ ਇਸ ਤੋਂ ਇਲਾਵਾ ਤੁਹਾਡੇ ਅੰਦੋਲਨ ਦੇ ਵਿੱਚ ਹੋਰ ਕਿਹੜੀਆਂ ਮੰਗਾਂ ਨੇ? ਆਰਡੀਨੈਂਸ ਤੇ ਬਿਜਲੀ ਬਿੱਲ 2020 ਦੀ ਸੋਧ ਨੂੰ ਰੱਦ ਕਰਵਾਉਣ ਤੋਂ ਇਲਾਵਾ ਜੋ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਨੇ। ਜਦੋਂ ਸਰਕਾਰੀ ਤੇਲ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਉਦੋਂ ਇਹ ਕਿਹਾ ਗਿਆ ਕਿ ਤੇਲ ਦੀਆਂ ਕੀਮਤਾਂ ਅਸੀਂ ਕੌਮਾਂਤਰੀ ਮਾਰਕੀਟ ਨਾਲ ਜੋੜਤੀਆਂ ਕਿ ਜਦੋਂ ਦੁਨੀਆ ਦੇ ਵਿੱਚ ਤੇਲ ਮਹਿੰਗਾ ਹੋਊਗਾ ਤਾਂ ਤੇਲ ਮਹਿੰਗਾ ਕਰ ਦਿੱਤਾ ਜਾਊਗਾ, ਜਦੋਂ ਤੇਲ ਸਸਤਾ ਹੋਊਗਾ ਤਾਂ ਤੇਲ ਸਸਤਾ ਕਰ ਦਿੱਤਾ ਜਾਊਗਾ। ਅੱਜ ਕਰੋਨਾ ਪੀਰੀਅਡ ਦੇ ਦੌਰਾਨ ਪੂਰੇ ਦੇਸ਼ 'ਚ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੀਆਂ ਤੇਲ ਦੀਆਂ ਕੀਮਤਾਂ ਨੇ ਉਹ ਬਿਲਕੁਲ ਹੇਠਾਂ ਆ ਚੁੱਕੀਆਂ। ਔਰ ਦੂਸਰੇ ਪਾਸੇ ਇਸ ਸਸਤੇ ਤੇਲ ਦਾ ਫਾਇਦਾ ਲੋਕਾਂ ਨੂੰ ਦੇਣ ਦੀ ਬਜਾਏ ਮੋਦੀ ਸਰਕਾਰ ਲਗਾਤਾਰ ਤੇਲ ਦੀਆਂ ਕੀਮਤਾਂ ਵਧਾ ਰਹੀਆਂ ਨੇ। ਜਦੋਂ ਕਿਸਾਨ ਨੇ ਹੁਣ ਝੋਨੇ ਦੀ ਬਿਜਾਈ ਕਰਨੀ ਸੀ, ਜ਼ਮੀਨਾਂ ਵਾਹੁਣੀਆਂ ਸੀਗੀਆਂ, ਤਾਂ ਉਦੋਂ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਗਈਆਂ। ਅੱਜ ਬਾਹਰੋਂ ਜਿਹੜਾ ਤੇਲ ਆ ਉਹ ਬਿਲਕੁਲ ਸਸਤਾ ਆ ਰਿਹਾ, ਪਰ ਸਾਨੂੰ 75 ਰੁਪਏ ਕਰੀਬ ਜਿਹੜਾ ਡੀਜ਼ਲ ਦਿੱਤਾ ਜਾ ਰਿਹਾ। ਕਿਸਾਨ ਨੂੰ 75 ਰੁਪਏ ਡੀਜ਼ਲ ਦਿੱਤਾ ਜਾ ਰਿਹਾ ਜਿਵੇਂ ਕਿਸਾਨ ਦੇ ਕੋਲ ਬਹੁਤ ਪੈਸਾ, ਕਿਸਾਨ ਬਹੁਤ ਅਮੀਰ ਆ। ਦੂਜੇ ਪਾਸੇ ਜਿਹੜੇ ਹਵਾਈ ਜਹਾਜ਼ ਆ, ਜਿਹੜਾ ਉਹਨਾਂ ਦਾ ਬਹੁਤ ਸ਼ੁੱਧ ਫਿਊਲ ਆ ਜਿਹਨੂੰ ATF ਕਹਿੰਦੇ ਆ, ਉਹ 22 ਰੁਪਏ 56 ਪੈਸੇ ਦਿੱਤਾ ਜਾ ਰਿਹਾ ਪਰ ਲੀਟਰ। ਜੇ ਜਹਾਜ਼ਾਂ ਵਾਲੇ ਗਰੀਬ ਆ ਵੀ ਉਹਨਾਂ ਨੂੰ 22 ਰੁਪਏ 56 ਰੁਪਏ ਦਿੱਤਾ ਜਾ ਰਿਹਾ। ਦੂਜੇ ਪਾਸੇ ਇਹ ਸਮਝਿਆ ਜਾ ਰਿਹਾ ਵੀ ਕਿਸਾਨ ਬਹੁਤ ਅਮੀਰ ਹਨ ਤੋਂ 75 ਰੁਪਏ ਡੀਜ਼ਲ ਦੇ ਜਿਹੜੇ ਵਸੂਲੇ ਜਾਣ। ਤੋਂ ਅਸੀਂ ਇਹ ਜਿਹੜੀਆਂ ਤੇਲ ਦੀਆਂ ਕੀਮਤਾਂ ਦੇ ਵਿੱਚ ਅੰਨੀ ਲੁੱਟ ਮੋਦੀ ਸਰਕਾਰ ਨੇ ਮਚਾਈ ਹੋਈ ਆ। ਕੰਪਨੀਆਂ ਜਿਹੜੀਆਂ ਨੇ ਮੋਟੇ ਮੁਨਾਫੇ ਕਮਾ ਰਹੀਆਂ ਨੇ ਕਿ ਇਹਦਾ ਜਿਹੜੀ ਹੈਗੀ ਆ ਅੰਨੀ ਲੁੱਟ ਖਤਮ ਹੋਣੀ ਚਾਹੀਦੀ। ਦੁਨੀਆ ਭਰ ਜਦੋਂ ਤੇਲ ਸਸਤਾ, ਜੇ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਤੇਲ ਦੀਆਂ ਕੀਮਤਾਂ ਉਹਨੇ ਇੱਕ ਵਾਰੀ ਬਹੁਤ ਘਟਾਈਆਂ ਨੇ ਲੋਕਡਾਊਨ ਦੇ ਦਿਨਾਂ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਇਸ ਮੁਲਕ ਦੇ ਵਿੱਚ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘਟ ਸਕਦੀਆਂ ਨੇ। ਇਹਦੇ ਨਾਲ ਹੀ ਜਿਹੜਾ ਲੋਕਡਾਊਨ ਦਾ ਫਾਇਦਾ ਉਠਾਉਂਦਿਆਂ ਮੋਦੀ ਸਰਕਾਰ ਨੇ ਬਹੁਤ ਸਾਰੇ ਜਿਹੜੇ ਸਾਡੇ ਬੁੱਧੀਜੀਵੀ ਆ, ਬਹੁਤ ਇਸ ਮੁਲਕ ਦੇ ਜਹੀਨ ਤੇ ਲੋਕ ਪੱਖੀ ਲੋਕ ਨੇ, ਜਿੰਦੇ ਚ ਪ੍ਰੋਫੈਸਰ GN ਸਾਈਂ ਬਾਬਾ, ਪ੍ਰੋਫੈਸਰ ਵਰਵਰਾ ਰਾਓ ਔਰ JNU ਦੇ ਬਹੁਤ ਸਾਰੇ ਸਾਬਕਾ ਵਿਦਿਆਰਥੀ, ਬਹੁਤ ਸਾਰੇ ਹੋਰ ਜਿਹੜੇ ਇੰਟੈਲੈਕਚੁਅਲਸ, ਪੱਤਰਕਾਰ, ਵਕੀਲ, ਜਿਹੜੇ ਬੰਦੇ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰਵਾਦੀ ਜਿਹੜੀ ਨੀਤੀ ਆ ਉਹਦਾ ਵਿਰੋਧ ਕਰਦੇ ਸੀ, ਜੋ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਸੀ, ਜਦੋਂ ਸਰਕਾਰ ਇਹ ਕਹਿ ਰਹੀ ਸੀ ਕਿ ਜੇਲ੍ਹਾਂ ਦੇ ਵਿੱਚੋਂ ਕੈਦੀ ਘਟਾਉਣੇ ਆ ਕਰੋਨਾ ਕਰਕੇ, ਉਸੇ ਸਮੇਂ ਉਹੀ ਲੋਕ ਜਿਹੜੇ ਕਿ ਬਜ਼ੁਰਗ ਬੰਦੇ ਆ, ਬਿਮਾਰ ਬੰਦੇ ਆ, ਉਹਨਾਂ ਨੂੰ ਜੇਲ੍ਹਾਂ ਦੇ ਜਿਹੜਾ ਸੀਗਾ ਧੱਕਿਆ ਗਿਆ। ਤੋਂ ਅਸੀਂ ਜਿਹੜਾ ਪੰਜਾਬ ਦੀਆਂ 12 ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਕਰ ਰਹੇ ਹਾਂ, ਤੋਂ ਇਹ ਗ੍ਰਿਫਤਾਰ ਕੀਤੇ ਜਿਹੜੇ ਬੁੱਧੀਜੀਵੀ ਆ ਇਹਨਾਂ ਦੀ ਰਿਹਾਈ ਵੀ ਇਹਦੀਆਂ ਜਿਹੜੀਆਂ ਮੁੱਖ ਮੰਗਾਂ ਦੇ ਵਿੱਚ ਉਹ ਸ਼ਾਮਲ ਹੈ। ਜਿੰਦਰ ਜੀ, ਜਿਵੇਂ ਕਿ ਅਸੀਂ ਦੇਖਿਆ ਹੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਆ ਇਹਨਾਂ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਜਿਹੜੇ ਸੜਕਾਂ ਤੇ ਉਤਰੇ ਨੇ, ਟਰੈਕਟਰਾਂ ਦੇ ਉੱਤੇ ਉਹਨਾਂ ਨੇ ਰੋਸ ਮਾਰਚ ਕੀਤਾ, ਬਹੁਤ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਇਹ ਖੜਾ ਹੋਇਆ। ਇਸ ਅੰਦੋਲਨ ਦਾ ਭਵਿੱਖ ਕੀ ਦੇਖਦੇ ਹੋ ਤੁਸੀਂ? ਦੇਖੋ, ਪੰਜਾਬ ਦੀ ਇੱਕ ਕਿਸਾਨ ਅੰਦੋਲਨ ਦੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਬੜੀ ਸ਼ਾਨਾਮਤਾ ਵਿਰਾਸਤ ਰਹੀ ਆ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜ਼ਗੀਰਦਾਰੀ ਨੂੰ ਖਤਮ ਕਰਕੇ ਬੇਜ਼ਮੀਨਿਆਂ ਨੂੰ ਜ਼ਮੀਨਾਂ ਦਿੱਤੀਆਂ, ਜ਼ਮੀਨਾਂ ਦੇ ਮਾਲਕ ਬਣਾਇਆ। ਦੁੱਲਾ ਭੱਟੀ ਪੰਜਾਬ ਦਾ ਜਿਹੜਾ ਲੋਕ ਨਾਇਕ ਆ,
ਉਹਦੀ ਜੋ ਅਕਬਰ ਦੇ ਖਿਲਾਫ, ਮੁਗਲ ਜ਼ਗੀਰਦਾਰੀ ਦੇ ਖਿਲਾਫ ਕਿਸਾਨਾਂ ਦੀ ਲੜਾਈ ਸੀ, ਉਹ ਲੋਕ ਮਨਾਂ 'ਚ ਅੱਜ ਵੀ ਵਸੀ ਹੋਈ ਹੈਗੀ ਆ। ਪਗੜੀ ਸੰਭਾਲ ਜੱਟਾ, ਚਾਚਾ ਅਜੀਤ ਸਿੰਘ ਹੋਰਾਂ ਨੇ ਜਿਹੜੀ ਲਹਿਰ ਚਲਾਈ, ਜੋ ਕਿਸਾਨੀ ਦੀ ਇੱਕ ਬਹੁਤ ਵੱਡੀ ਜਿਹੜੀ ਸੀਗੀ ਉਹ ਲਹਿਰ ਸੀ। ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਨੇ ਮੁਜ਼ਾਹਰਿਆਂ ਨੂੰ ਜਿਹੜੀਆਂ ਸੀਗੀਆਂ ਜ਼ਮੀਨਾਂ ਦਵਾਈਆਂ। ਤੋਂ ਪੰਜਾਬ ਦਾ ਕਿਸਾਨ ਲਹਿਰਾਂ ਦੇ ਵਿੱਚ ਇੱਕ ਜਿਹੜਾ ਹੈਗਾ ਗਿਣਨਯੋਗ ਜਿਹੜਾ ਉਹ ਥਾਂ। ਹੁਣ ਜਿਹੜੇ ਆਰਡੀਨੈਂਸ ਆਏ ਆ, ਇਹਦੇ ਵਿੱਚ ਪੰਜਾਬ ਦੀ ਕਿਸਾਨੀ ਦੇ ਵਿੱਚ ਕਾਫੀ ਜਿਹੜੀ ਹਿਲਜੁਲ ਆ। ਅਸੀਂ ਇਸ ਅੰਦੋਲਨ ਦੀਆਂ ਬਹੁਤ ਸੰਭਾਵਨਾਵਾਂ ਦੇਖਦੇ ਹਾਂ, ਪਰ ਅਸੀਂ ਇਹਦੇ 'ਚ ਇੱਕ ਹੋਰ ਚੀਜ਼ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਜਿਹੜੀ ਪੰਜਾਬ ਦੀ ਜਵਾਨੀ ਆ ਉਹਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਇਹ ਬਿੰਬ ਬਣਿਆ ਹੋਇਆ ਕਿ ਪੰਜਾਬ ਦੀਆਂ ਜਿਹੜੀਆਂ ਇੱਕ ਜਥੇਬੰਦੀਆਂ ਨੇ ਜਾਂ ਪੰਜਾਬ ਦੇ ਜਿਹੜੇ ਕਿਸਾਨ ਅੰਦੋਲਨ ਆ, ਇਹ ਬਜ਼ੁਰਗਾਂ ਤੇ ਅੱਧ-ਖੜ ਲੋਕਾਂ ਦੇ ਅੰਦੋਲਨ ਆ। ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਦੇ ਸੰਗ ਆਉਣਾ ਚਾਹੀਦਾ। ਅੱਜ ਜੇ ਅਸੀਂ ਜੇ ਕਿਸਾਨਾਂ ਦੇ ਧੀਆਂ ਪੁੱਤਾਂ, ਨਾ ਤਾਂ ਸਾਡੇ ਕੋਲ ਕੋਈ ਰੁਜ਼ਗਾਰ ਹੈਗਾ, ਨੌਕਰੀਆਂ ਹੈਗੀਆਂ, ਜਿਹੜਾ ਬਾਹਰ ਜਾਣ ਦਾ ਮਾਮਲਾ ਸੀ ਉਹਦੇ 'ਚ ਵੀ ਬਹੁਤ ਸਾਰੇ ਹੁਣ ਤਾਂ ਅੜਿੱਕੇ ਹੈਗੇ ਆ, ਕਰੋਨਾ ਕਰਕੇ ਮੰਦੀ ਆ ਪੂਰੀ ਦੁਨੀਆ ਦੇ ਵਿੱਚ। ਤੇ ਅੱਜ ਜਦੋਂ ਆਰਡੀਨੈਂਸ ਲਿਆ ਕੇ ਸਰਕਾਰ ਸਾਡੀਆਂ ਜ਼ਮੀਨਾਂ ਖੋਹਣ ਜਾ ਰਹੀ ਆ, ਤਾਂ ਪੰਜਾਬ ਦੀ ਜਵਾਨੀ ਨੂੰ ਜਿਹੜਾ ਹੈਗਾ ਕਿਸਾਨੀ ਦੇ ਸੰਗ ਜਿਹੜਾ ਉਹ ਹੋਣਾ ਪਊਗਾ, ਆਪਣੇ ਮਾਪਿਆਂ ਦੇ ਸੰਗ ਹੋਣਾ ਪਊਗਾ। ਉਹ ਸਿਆਸੀ ਪਾਰਟੀਆਂ ਦੇ ਯੂਥ ਵਿੰਗ ਜਿਹੜੀਆਂ ਲਟੇਰੀਆਂ ਪਾਰਟੀਆਂ ਨੇ ਉਹਦੇ ਯੂਥ ਵਿੰਗ ਦਾ ਹਿੱਸਾ ਬਣਨ ਦੀ ਬਜਾਏ ਇਹਨਾਂ ਲੜਾਕੂ ਕਿਸਾਨ ਜਥੇਬੰਦੀਆਂ ਦਾ ਹਿੱਸਾ ਬਣਨ। ਜੇ ਉਹ ਪੰਜਾਬ ਦੀ ਜਵਾਨੀ ਵੀ ਕਿਸਾਨੀ ਦੇ ਸੰਗ ਮੋਢੇ ਨਾਲ ਮੋਢਾ ਮਿਲਾਉਂਦੀ ਆ, ਤਾਂ ਇਹਦੀਆਂ ਲਹਿਰ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਔਰ ਪੰਜਾਬ ਇੱਕ ਵਾਰ ਫੇਰ ਇਸ ਪੂਰੇ ਮੁਲਕ ਦੀ ਜਿਹੜੀ ਲੜਾਈ ਹੈਗੀ ਆ ਉਹ ਲੜ ਸਕਦਾ, ਇੱਕ ਉਦਾਹਰਨ ਪੇਸ਼ ਕਰ ਸਕਦਾ। ਪੰਜਾਬ ਦੀ ਕਿਸਾਨ ਲਹਿਰ ਜਿਹੜੀ ਹੈਗੀ ਇਸ ਪੂਰੇ ਮੁਲਕ, ਪੂਰੇ ਇਸ ਸੂਬੇ ਦੀ ਤੇ ਪੂਰੇ ਦੇਸ਼ ਦੀ ਸਿਆਸਤ ਜਿਹੜੀ ਹੈਗੀ ਆ ਉਹਨੂੰ ਪ੍ਰਭਾਵਿਤ ਕਰੂਗੀ। ਅਸੀਂ ਬਹੁਤ ਆਸਵੰਦ ਹਾਂ ਕਿ ਪੰਜਾਬ ਦੀ ਕਿਸਾਨੀ ਇਹਦੇ ਤੇ ਬਹੁਤ ਤਗੜਾ ਜਿਹੜਾ ਹਮਲਾ ਹੈਗਾ ਉਹ ਮਾਰੂਗੀ, ਔਰ ਇਹਨਾਂ ਕਿਸਾਨ ਵਿਰੋਧੀ ਆਰਡੀਨੈਂਸ ਜਿਹੜੀ ਹੈਗੀ ਆ ਉਹ ਰੱਦ ਕਰਵਾਉਣ ਤੱਕ, ਔਰ ਇਸ ਹਰੇ ਇਨਕਲਾਬ ਦਾ ਜਿਹੜਾ ਸਾਮਰਾਜੀ ਖੇਤੀ ਮਾਡਲ ਆ ਇਹਨੂੰ ਬਦਲਾ ਕੇ ਇੱਕ ਕੁਦਰਤ ਤੇ ਕਿਸਾਨ ਪੱਖੀ ਹੰਢਣਸਾਰ ਜਿਹੜਾ ਖੇਤੀ ਮਾਡਲ ਆ ਉਹ ਬਣਾਉਣ ਤੱਕ ਜਿਹੜਾ ਹੈਗੀ ਆ ਜੱਦੋਜਹਿਦ ਹੈਗੀ ਆ ਉਹ ਚਲਾਏਗੀ। ਬਿਲਕੁਲ ਬਹੁਤ ਸਹੀ ਗੱਲ ਕੀਤੀ ਕਿ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਦੇ ਨਾਲ ਖੜਨਾ ਪਊਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਜਿੰਦਰ ਜੀ। ਅਸੀਂ ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਚਣ ਲਈ ਮਜਬੂਰ ਕਰਨਗੀਆਂ। ਸੋ ਮਿਲਦੇ ਹਾਂ ਅਗਲੀ ਵਾਰ। ਸ਼ੁਕਰੀਆ।